ਤੇ ਇਮਤਿਹਾਨਾਂ ਦੇ ਵਿੱਚ ਕਿਹਦਾ ਕੀ ਨੁਕਸਾਨ ਹੋਵੇਗਾ। ਇੱਕ ਪਾਸੇ ਤੇ ਐਗਜ਼ਾਮਸ ਦੀ ਤਿਆਰੀ ਹੋ ਰਹੀ ਹੈ ਤੇ ਦੂਸਰੇ ਪਾਸੇ ਇਲੈਕਸ਼ਨ ਆ ਰਹੀਆਂ ਨੇ। ਸਾਡੇ ਕਦੀ ਮਿਊਨਿਸਪੈਲਿਟੀ ਦੀਆਂ, ਕਦੀ ਪੰਚਾਇਤ ਦੀਆਂ, ਕਦੀ ਸੰਮਤੀ ਦੀਆਂ, ਕਦੇ ਪ੍ਰੀਸ਼ਦ ਦੀਆਂ, ਕਦੇ ਲੋਕ ਸਭਾ, ਕਦੇ ਵਿਧਾਨ ਸਭਾ, ਕਦੇ ਕੁਛ, ਇਹ ਸਾਰੀਆਂ ਵੋਟਾਂ ਹੁੰਦੀਆਂ ਜਾਂਦੀਆਂ ਨੇ। ਪਰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੂੰ, ਇਲੈਕਸ਼ਨ ਕਮਿਸ਼ਨ ਨੂੰ। ਇਹ ਜਿਹੜਾ ਇਲੈਕਸ਼ਨਾਂ ਦਾ, ਚੋਣਾਂ ਦਾ ਹਊਆ ਬਣਾ ਦਿੱਤਾ ਗਿਆ ਇੰਨਾ ਵੱਡਾ, ਇਹ ਇੱਕ ਦਿਨ ਹੋਣ। ਯੂਪੀ ਦੇ ਅਮਲੇ ਨੇ ਯੂਪੀ ਵਿੱਚ ਕੰਮ ਕਰਨਾ ਹੈ, ਜੋ ਉੱਤਰਾਖੰਡ ਦੇ ਨੇ ਉੱਤਰਾਖੰਡ ਵਿੱਚ ਕਰਨਾ ਹੈ, ਪੰਜਾਬ ਦੇ ਨੇ ਪੰਜਾਬ ਵਿੱਚ ਕਰਨਾ ਹੈ, ਤਾਂ ਫਿਰ ਸਮੱਸਿਆ ਕੀ ਹੈ? ਇਹ 6 ਗੇੜ, 7 ਗੇੜ, 5 ਗੇੜ, 3 ਗੇੜ, ਇਹ ਗੱਲਾਂ ਕਿੱਥੇ ਦੀਆਂ ਰਹਿ ਗਈਆਂ ਨੇ? ਸੋ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਚਿਹਰਾ ਸਨ, ਪਰ ਉਹ ਤੋਂ ਪਹਿਲਾਂ ਰਵਾਇਤ ਕਾਂਗਰਸ ਦੀ ਤਕਰੀਬਨ ਇਸੇ ਤਰ੍ਹਾਂ ਰਹੀ ਹੈ ਕਿ ਭਾਈ ਅਸੀਂ ਪਹਿਲਾਂ ਚਿਹਰਾ ਨਹੀਂ ਦੱਸਣਾ, ਬਾਅਦ ਵਿੱਚ ਹੀ ਦੇਖਾਂਗੇ। ਸੋ ਆਮ ਆਦਮੀ ਪਾਰਟੀ ਤੇ ਦਬਾਅ ਹੈ, ਪਰ ਕੇਜਰੀਵਾਲ ਆਪਣੇ ਪੈਰਾਂ ਤੇ ਖੁਦ ਘੋੜਾ ਮਾਰ ਬੈਠਦੇ ਕਿ ਜੋ 15 ਲੱਖ 'ਚ ਵਾਕਿਆ ਮੈਸੇਜ ਆਇਆ, ਜੇ ਹਰਪਾਲ ਚੀਮਾ ਨੇ ਗਿਣ ਲਏ ਨੇ, ਤੇ ਫਿਰ ਨਾਮ ਭਗਵੰਤ ਮਾਨ ਦਾ ਆਉਣ ਵਾਲਾ ਐਲਾਨ ਕੱਲ੍ਹ ਨੂੰ ਹੋ ਜਾਣਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀ ਸਨ ਤੇ ਜਿਹੜੇ ਕਹਿੰਦੇ ਸੀ ਕਿ ਸਾਡਾ ਇੱਕੋ ਕੈਪਟਨ ਆ, ਜਿਹਨਾਂ ਨੇ ਬੋਰਡ ਲਵਾ ਦਿੱਤੇ ਸੀ, ਕੈਪਟਨ ਅਮਰਿੰਦਰ ਸਿੰਘ ਦੀ ਨਾਲ ਮਜ਼ਬੂਤ ਬਣ ਕੇ ਖੜੇ ਹੋਣ ਦੀ ਜਿਹੜੀ ਗੱਲ ਕਰਦੇ ਸੀ, ਉਹ ਲੱਭ ਵੀ ਨਹੀਂ ਰਹੇ। ਕਿੰਨਿਆਂ ਨੂੰ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੋੜ ਸਕਣਗੇ, ਕਿੰਨੇ ਨਾਰਾਜ਼ ਬਾਗੀਆਂ ਨੂੰ ਆਪਣੇ ਨਾਲ ਜੋੜ ਸਕਣਗੇ, ਇਹ ਨਜ਼ਰ ਨਹੀਂ ਆ ਰਿਹਾ। ਜਿਸ ਲਈ ਉਹ ਕਹਿੰਦੇ ਸਨ ਨਵਜੋਤ ਸਿੰਘ ਸਿੱਧੂ ਨੂੰ ਕਿ ਆ ਜਾ ਮੇਰੇ ਮੁਕਾਬਲੇ ਖੜਾ ਹੋ ਕੇ ਦੇਖ, ਜ਼ਮਾਨਤ ਜ਼ਬਤ ਹੋ ਜਾਣੀ ਤੇਰੀ ਜੇ ਸਿੰਘ ਵਾਂਗ। ਤੇ ਉਹ ਮੈਨੂੰ ਲੱਗਦਾ ਨਹੀਂ ਕਿ ਹੁਣ ਉਹ ਹਿੱਕ ਥਾਪੜ ਕੇ ਗੱਲ ਕਰ ਸਕਦੇ ਨੇ। ਤੇ ਇਸ ਤਰ੍ਹਾਂ ਹੇਠਲੇ ਪੱਧਰ ਦੇ ਵਰਕਰਾਂ ਦੇ ਨਾਲ ਸੁਖਬੀਰ ਬਾਦਲ ਇੰਟਰੈਕਟ ਕਰ ਰਹੇ ਨੇ, ਜਿਹੜਾ ਸ਼ਾਇਦ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਵੇਗਾ ਕਿ ਮੈਨੂੰ ਇਸ ਤਰ੍ਹਾਂ ਵੀ ਕਰਨਾ ਪੈ ਸਕਦਾ। ਮੈਨੂੰ ਲੱਗਦਾ ਹੈ ਕਿ ਲੰਬੀ ਤੋਂ ਸੀਟ ਉਹਨਾਂ ਦੇ ਨਾਂ ਦੀ ਹੀ ਅਨਾਉਂਸ ਹੋਵੇਗੀ। ਜੇ ਕਿਸੇ ਹੋਰ ਦੇ ਨਾਂ ਦੀ ਕਰ ਦਿੱਤੀ ਜਾਂਦੀ ਹੈ ਤਾਂ ਅਕਾਲੀ ਦਲ ਵਾਸਤੇ ਇੱਕ ਝਟਕਾ ਹੋਵੇਗਾ। ਲੁਧਿਆਣੇ ਨੂੰ ਅਸੀਂ ਰਹਿਣਯੋਗ ਬਣਾਉਣਾ ਹੈ ਕਿ ਇੱਕ ਸਨਅਤੀ ਸ਼ਹਿਰ ਬਣਾਉਣਾ ਹੈ। ਪਹਿਲਾਂ ਉੱਥੇ ਇੰਨੀਆਂ ਸਨਅਤਾਂ ਲੱਗੀਆਂ ਹੋਈਆਂ ਨੇ ਜੋ ਪਹਿਲਾਂ ਨੋਟਬੰਦੀ ਕਰਕੇ ਤੇ ਮੁੜ ਕੇ ਕੋਵਿਡ ਦੀ ਮਾਰ ਨਾ ਝੱਲਦੇ ਹੋਏ ਛੋਟੀਆਂ ਸਨਅਤਾਂ ਬੰਦ ਹੋ ਗਈਆਂ ਨੇ। ਟੈਸਲਾ ਨੂੰ ਲਿਆ ਕੇ ਐਲਨ ਮਸਕ ਦੀਆਂ ਇੰਡਸਟਰੀਆਂ ਤੁਸੀਂ ਲਵਾ ਕੇ ਕਿੰਨੇ ਕੁ ਨੂੰ ਰੁਜ਼ਗਾਰ ਦੇਣਾ ਚਾਹੋਗੇ? ਅੱਜ ਪੰਜਾਬ ਦੇ ਵਿੱਚ ਵੇਰਕਾ ਖਤਮ ਹੋ ਰਿਹਾ ਹੈ, ਨੈਸਲੇ ਥੱਲੇ ਨੂੰ ਜਾ ਰਿਹਾ ਹੈ, ਪਰ ਅਮੂਲ ਗੁਜਰਾਤ ਤੋਂ ਆ ਕੇ ਪੰਜਾਬ ਦੇ ਵਿੱਚ ਬੈਠ ਗਿਆ। ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਜਵਾਬ ਦੇਣਗੇ ਕਿ ਵੇਰਕਾ ਨੇ ਉਨੀ ਤਰੱਕੀ ਕੀਤੀ ਹੈ ਕਿ ਅਮੂਲ ਨੇ ਕੀਤੀ ਹੈ, ਕਿ ਨੈਸਲੇ ਕਿੱਥੇ ਗਿਆ ਜਿਹਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਤੇ ਉਸ ਦੇ ਨਾਲ ਜੁੜੇ ਹੋਏ ਲੋਕ ਕਿੰਨੇ ਸਨ ਜਿਹੜੇ ਦੁੱਧ ਪੈਦਾ ਕਰਕੇ ਉਸ ਕੰਪਨੀ ਨੂੰ ਦਿੰਦੇ ਸੀ ਤੇ ਕੰਪੀਟੀਸ਼ਨ ਦੇ ਵਿੱਚ ਦੁੱਧ ਖਰੀਦਿਆ ਜਾਂਦਾ ਸੀ। ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਫੂਡ ਪੈਦਾ ਹੋ ਸਕਦਾ ਹੈ, ਇੱਥੋਂ ਕਿਉਂ ਨਹੀਂ ਐਕਸਪੋਰਟ ਹੋ ਰਿਹਾ? ਸਾਡੇ ਬਾਰਡਰ ਕਿਉਂ ਨਹੀਂ ਖੁੱਲ੍ਹ ਰਿਹਾ? ਪੰਜਾਬ ਦਾ ਪਾਣੀ ਅਜਾਈ ਜਾ ਰਿਹਾ, ਸਾਡੀਆਂ ਨਹਿਰਾਂ ਸਹੀ ਨਹੀਂ, ਤੇ ਰੋਜ਼ਗਾਰ ਦੇ ਮੌਕੇ ਤੇ ਇੱਥੇ ਰੋਜ਼ਗਾਰ ਪੈਦਾ ਕਰਨ ਵਾਸਤੇ ਤੇ ਅਸੀਂ ਇੰਡਸਟਰੀ ਨੂੰ ਬਾਹਰੋਂ ਬੁਲਾ ਲਿਆ। ਇਹ ਕਿਹਨੂੰ ਦੱਸ ਰਿਹਾ ਕਿ ਐਲਨ ਮਸਕ ਨੂੰ ਮੈਂ ਸੱਦਾ ਦੇ ਰਿਹਾ? ਜਿੱਥੇ ਉਹਨਾਂ ਦੇ ਪਲਾਂਟ ਲੱਗੇ ਸੀ ਔਰ ਉਹ ਫੋਰਡ ਨੇ ਜਿੰਦੇ ਲਾ ਦਿੱਤੇ ਰਾਤੋਂ ਰਾਤ, ਉਹ ਸਾਰੇ ਬੇਰੁਜ਼ਗਾਰ ਹੋ ਗਏ। ਸਰਕਾਰ ਕੋਲ ਕੀ ਗਰੰਟੀ ਹੈ ਉਹਨਾਂ ਨੂੰ, ਲੋਕਾਂ ਨੂੰ ਬਚਾਉਣ ਦੀ? ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅਸੀਂ ਵੱਖੋ ਵੱਖਰੀਆਂ ਖਬਰਾਂ ਤੇ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਉਹਦੇ ਤੇ ਚਰਚਾਵਾਂ ਕਰਦੇ ਹਾਂ। ਤੇ ਅੱਜ ਦੀ ਜਿਹੜੀ ਵੱਡੀ ਖਬਰ ਆ ਜਾਂ ਮੁੱਖ ਖਬਰ ਤੁਸੀਂ ਕਹਿ ਸਕਦੇ ਆ ਕਿ ਚੋਣ ਕਮਿਸ਼ਨ ਨੇ ਆਪਣੇ ਹੀ ਉਲੀਕੇ ਹੋਏ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਤੋਂ ਬਹੁਤ ਦੇਰ ਤੋਂ ਉਡੀਕੇ ਜਾ ਰਹੇ ਚਿਹਰੇ ਦੀ ਜਿਹੜੀ ਮੰਗ ਆ ਉਹ ਕਹਿੰਦੇ ਪੂਰੀ ਹੋਣ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਉਮਰ ਦੇ 10ਵੇਂ ਦਹਾਕੇ ਵਿੱਚ ਜੀਂਦੇ ਹੋਏ ਵੀ ਫਿਰ ਇੱਕ ਵਾਰ ਇਲੈਕਸ਼ਨ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ। ਇਹੋ ਜਿਹੀਆਂ ਕੁਝ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਸਾਡੇ ਨਾਲ ਸ਼ਾਮਲ ਨੇ ਇਸ ਚਰਚਾ ਲਈ ਸਰਦਾਰ ਕੁਲਦੀਪ ਸਿੰਘ ਜੀ ਹੀਰ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਹੀਰ ਸਾਹਿਬ, ਚੋਣ ਕਮਿਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਿਹਾ ਜਾਂਦਾ ਕਿ ਜਦੋਂ ਇਲੈਕਸ਼ਨ ਦੀਆਂ ਡੇਟ ਅਨਾਉਂਸ ਹੋ ਜਾਂਦੀਆਂ, ਚੋਣ ਜਾਬਤਾ ਲੱਗ ਜਾਂਦਾ ਤੇ ਸਾਰਾ ਦਾਰੋ ਮਦਾਰ ਸਰਕਾਰ ਨੂੰ ਚਲਾਉਣ ਤੱਕ ਦਾ ਵੀ ਉਹਨਾਂ ਕੋਲ ਹੀ ਹੁੰਦਾ, ਬਹੁਤ ਸਾਰੇ ਅਧਿਕਾਰ ਉਹਨਾਂ ਕੋਲ ਹੁੰਦੇ ਨੇ। ਤੇ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਇਲੈਕਸ਼ਨ ਦੀ ਜਿਹੜੀ ਤਰੀਕ ਆ ਉਹਦੇ ਵਿੱਚ ਰੱਦੋ ਬਦਲ ਕੀਤੀ ਤੇ ਇਹ ਸਾਰਾ ਮਾਜਰਾ ਕੀ ਆ ਜੀ? ਦੇਖੋ, ਕਈ ਵਾਰੀ ਤਾਂ ਜਿਹੜੀ ਗੱਲਬਾਤ ਹੁੰਦੀ ਹੈ ਉਸ ਦੀ ਕੋਈ ਸੈਂਸ ਬਣਦੀ ਹੈ ਜੀ। ਸੈਂਸ ਜਿਹੜੀ ਹੈ ਭਾਰਤ ਵਿੱਚ, ਕਿਉਂਕਿ ਬਹੁਤ ਧਰਮੀ ਮੁਲਕ ਹੈ, ਇਸ ਵਿੱਚ ਇਸ ਸੈਂਸ ਨੂੰ ਵੀ ਜੋੜ ਲਿਆ ਜਾਣਾ ਚਾਹੀਦਾ ਹੈ ਕਿ ਸਾਰੀਆਂ ਧਿਰਾਂ ਇਸ ਦੇ ਨਾਲ ਖੁਸ਼ ਹੋਣ, ਉਹ ਕਿਸੇ ਨਾ ਕਿਸੇ ਪਾਸੇ ਇੰਗੇਜਡ ਨਾ ਹੋਣ ਜੀ। ਹੁਣ ਚੋਣ ਕਮਿਸ਼ਨ ਨੇ ਇਸ ਸੈਂਸ ਨੂੰ ਪਹਿਲਾਂ ਅੱਖੋਂ ਪਰੋਖਿਆ ਕੀਤਾ ਕਿ ਰਵਿਦਾਸ ਜੀ ਦਾ ਕੋਈ ਦਿਨ ਆ ਰਿਹਾ ਹੈ, ਗੁਰਪੁਰਬ ਉਹਨਾਂ ਦਾ ਆ ਰਿਹਾ ਹੈ ਜੀ,
ਤੇ ਉਸ ਮੌਕੇ ਤੇ ਜੋ ਸੰਗਤਾਂ ਨੇ ਕਿਤੇ ਜਾ ਕੇ ਦਰਸ਼ਨ ਦਿਦਾਰੇ ਕਰਨੇ ਨੇ ਜਾਂ ਸਮਾਗਮਾਂ 'ਚ ਸ਼ਾਮਲ ਹੋਣਾ ਜਾਂ ਨਗਰ ਕੀਰਤਨ ਨੂੰ ਲਿਖ ਕੇ ਜਾਣੇ ਨੇ, ਉਹ ਸਭ ਕੁਝ ਵਾਸਤੇ ਉਹਨਾਂ ਨੂੰ ਕੁਝ ਸਮਾਂ ਚਾਹੀਦਾ ਹੋਵੇਗਾ ਜੀ। ਜਦੋਂ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਚੋਣ ਕਮਿਸ਼ਨ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲੇ ਲੈਂਦਾ। ਖੈਰ, ਦਲਿਤ ਭਾਈਚਾਰਾ ਉਹਨਾਂ ਦੀ ਇਹ ਮੰਗ ਉੱਠੀ ਕਿ ਉਹ ਕਿਉਂ ਨਾ ਇਹਨਾਂ ਤਰੀਕਾਂ ਨੂੰ ਅੱਗੇ ਪਵਾ ਕੇ ਗੁਰੂ ਰਵਿਦਾਸ ਜੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਸਕਣ। ਜੀ। ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਹੈ, ਵੱਡਾ ਯੂਪੀ ਦੇ ਵਿੱਚ ਵੀ ਹੈ, ਪਰ ਯੂਪੀ ਦੇ ਵਿੱਚ ਆਮ ਤੌਰ ਤੇ ਆਖਿਆ ਜਾਂਦਾ ਹੈ ਕਿ ਆਮ ਪਿੰਡਾਂ ਦੇ ਵਿੱਚ ਜੋ ਬਿਲਕੁਲ ਅਨਪੜ੍ਹ ਵੀ ਇੱਕ ਵਿਅਕਤੀ ਹੈ ਜਾਂ ਕੋਈ ਜਿਹਦੀ ਕਿਸੇ ਹੱਦ ਤੱਕ ਪਹੁੰਚ ਵੀ ਨਹੀਂ ਹੈ, ਜਿਸ ਨੂੰ ਰੋਜ਼ੀ ਰੋਟੀ ਦੀ ਵੀ ਬਹੁਤ ਜ਼ਿਆਦਾ ਫਿਕਰ ਹੈ ਕਿ ਸ਼ਾਮ ਨੂੰ ਕਿੱਥੋਂ ਖਾਣਾ ਹੈ, ਉਹ ਵੀ ਰਾਜਨੀਤੀ ਦੇ ਵਿੱਚ ਇਸ ਹੱਦ ਤੱਕ ਦਿਲਚਸਪੀ ਲੈਂਦਾ ਹੈ, ਇਸ ਇੰਟਰਸਟ ਨਾਲ ਗੱਲਬਾਤ ਕਰਦਾ ਹੈ ਕਿ ਜਿਵੇਂ ਉਸਨੇ ਹੀ ਕਿਸੇ ਪ੍ਰਧਾਨ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਚੁਣਨਾ ਹੋਵੇ। ਜੀ। ਸੋ ਉਹਨਾਂ ਲਈ ਰਾਜਨੀਤੀ ਮੁੱਖ ਹੋ ਗਈ ਤੇ ਪੰਜਾਬ ਵਾਲਿਆਂ ਨੇ ਕਾਂਗਰਸ ਵੱਲੋਂ ਪਹਿਲਾਂ ਇਹ ਮੰਗ ਰੱਖੀ ਗਈ ਕਿ ਰਵਿਦਾਸ ਜੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਦੋਂ ਸੰਗਤ ਨੇ ਬਨਾਰਸ ਜਾਣਾ ਹੈ ਉਹਨਾਂ ਦੇ ਜਨਮ ਸਥਾਨ ਤੇ ਫਿਰ ਉੱਥੇ 10 ਤੋਂ 15 ਲੱਖ ਜਾਂ 20 ਲੱਖ ਸ਼ਰਧਾਲੂ ਜਿਹੜੇ ਨੇ ਪਹੁੰਚਦੇ ਨੇ। ਇਹਨਾਂ ਆંકੜਿਆਂ ਵਿੱਚ ਸੱਚਾਈ ਕੀ ਹੈ ਤੇ ਨਹੀਂ ਸਾਨੂੰ ਪਤਾ। ਇਹ ਮੰਗ ਉੱਠੀ, ਫਿਰ ਦੂਸਰੀ ਪਾਰਟੀ ਨੇ ਪ੍ਰੋੜਤਾ ਕੀਤੀ, ਤੀਸਰੀ, ਚੌਥੀ ਤੇ ਪੰਜਵੀਂ, ਫਿਰ ਅਖੀਰ ਭਾਜਪਾ ਵੱਲੋਂ ਵੀ ਚਿੱਠੀ ਇੱਕ ਲਿਖੀ ਹੋਈ ਅੱਜ ਸਵੇਰੇ ਸਾਹਮਣੇ ਆ ਗਈ ਕਿ ਭਾਜਪਾ ਨੇ ਵੀ ਮੰਗ ਕੀਤੀ ਹੈ ਕਿ ਇਲੈਕਸ਼ਨ ਦੀਆਂ ਤਰੀਕਾਂ ਜਿਹੜੀਆਂ ਹਨ ਉਹ ਅੱਗੇ ਪਾ ਦਿੱਤੀਆਂ ਜਾਣ। ਸੋ ਤਰੀਕਾਂ ਵਿੱਚ ਥੋੜ੍ਹਾ ਜਿਹਾ ਬਦਲਾਅ ਕਰ ਦਿੱਤਾ ਗਿਆ ਹੈ। ਜਿਹੜੀਆਂ ਅਰਜ਼ੀਆਂ ਭਰਨੀਆਂ ਹਨ, ਉਮੀਦਵਾਰਾਂ ਨੇ ਨੋਮੀਨੇਸ਼ਨ ਫਾਈਲ ਕਰਨੀ ਹੈ, ਉਸ ਨੂੰ ਵੀ ਥੋੜ੍ਹਾ ਜਿਹਾ ਅੱਗੇ ਕੀਤਾ ਗਿਆ, ਪਰ ਚੋਣ ਨਤੀਜਿਆਂ ਦੇ ਉਹੀ ਤਰੀਕਾਂ ਜਿਹੜੀਆਂ ਹਨ ਉਹ ਰੱਖੀਆਂ ਗਈਆਂ ਨੇ। ਕੋਈ ਜ਼ਿਆਦਾ ਨਹੀਂ, ਹਫ਼ਤੇ ਕੁ ਦਾ ਫਰਕ ਜਿਹੜਾ ਹੈ ਪਾਇਆ ਗਿਆ ਹੈ ਲਾ ਪਾ ਕੇ। ਪਰ ਮੈਂ ਸਮਝਦਾ ਕਿ ਇਸ ਨਾਲ ਚੋਣ ਕਮਿਸ਼ਨ ਨੇ ਇਹ ਜੋ ਬਦਲਾਅ ਲਿਆਂਦਾ ਹੈ, ਇਸ ਨਾਲ ਗਾਂਹ ਵਾਸਤੇ ਵੀ ਇਹੋ ਜਿਹੀਆਂ ਮੰਗਾਂ ਉੱਠਿਆ ਕਰਨਗੀਆਂ। ਇਹ ਹੁਣ ਖਿਆਲ ਰੱਖਣਾ ਪਏਗਾ ਤੇ ਚੋਣ ਕਮਿਸ਼ਨ ਵਾਸਤੇ ਵੀ ਇੱਕ ਸਬਕ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀਆਂ ਤਾਰੀਖਾਂ ਰੱਖੀਆਂ ਜਾਣ ਤੇ ਪਹਿਲਾਂ ਤੋਂ ਜਿਹੜਾ ਹੈ ਉਹ ਤਿਆਰੀ ਕਰਨ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਕੋਈ ਕਿਸੇ ਧਾਰਮਿਕ ਦਾ, ਕਿਸੇ ਖਾਸ ਭਾਈਚਾਰੇ ਦਾ, ਕਿਸੇ ਦਾ ਕੋਈ ਦਿਨ ਨਾ ਕੋਈ ਆਉਂਦਾ ਹੋਵੇ। ਪਰ ਗੱਲ ਇਸ ਦੇ ਨਾਲ ਅੱਗੇ ਜਿਹੜੀ ਜੁੜਦੀ ਹੈ ਉਹ ਇਹ ਹੈ ਕਿ ਕੋਵਿਡ ਦੇ ਕਰਕੇ ਤੁਹਾਨੂੰ ਪਤਾ ਹੈ ਕਿ ਸਕੂਲਾਂ ਨੂੰ ਗਾਂਹ ਬੰਦ ਕਰਨ ਦੇ ਹੁਕਮ ਜਿਹੜੇ ਨੇ ਇੱਕ ਵਾਰੀ ਫੇਰ ਲਾਗੂ ਕਰ ਦਿੱਤੇ ਗਏ ਨੇ। ਬਿਲਕੁਲ ਜੀ। ਸਕੂਲ ਬੰਦ ਨੇ, ਕਾਲਜ ਬੰਦ ਨੇ, ਹੋਸਟਲ ਬੰਦ ਨੇ, ਕੁਝ ਚੀਜ਼ਾਂ ਹੋਰ ਖੁੱਲ੍ਹੀਆਂ ਨੇ। ਰੈਲੀਆਂ ਤੇ ਵੀ ਪਾਬੰਦੀ ਵਧਾਈ ਗਈ ਹੈ, ਪਰ ਰੈਲੀਆਂ ਦੇ ਵਿੱਚ ਜਾਣ ਵਾਲੇ ਤੇ ਰੈਲੀਆਂ ਕਰਨ ਵਾਲਿਆਂ ਦੇ ਚਿਹਰੇ ਇਸ ਤਰੀਕ ਵਧਾਉਣ ਦੇ ਨਾਲ ਬਾਗੋ ਬਾਗ ਹੋਣਗੇ। ਇਹ ਸੋਚ ਕੇ ਘੱਟੋ ਘੱਟ ਸਾਨੂੰ ਹਫ਼ਤਾ ਕੋ ਹੋਰ ਮਿਲ ਗਿਆ ਹੈ, ਰੌਲਾ ਰੱਪਾ ਪਾਉਣ ਲਈ ਅਸੀਂ ਪਾ ਸਕਦੇ ਹਾਂ। ਜੇ ਚੋਣ ਕਮਿਸ਼ਨ ਇੱਧਰੋਂ ਸਖਤੀ ਕਰ ਰਿਹਾ ਤੇ ਦੂਸਰੇ ਪਾਸਿਓਂ ਸਾਨੂੰ ਸਮਾਂ ਹੋਰ ਮਿਲ ਗਿਆ ਤੇ ਹੋ ਸਕਦਾ ਹੈ ਕਿ ਅਸੀਂ ਵੱਧ ਤੋਂ ਵੱਧ ਇਕੱਠ ਕਰੀਏ। ਸੋ ਹੁਣ ਇਹ ਇਸੇ ਤਰ੍ਹਾਂ ਹੈ। ਪਰ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਸਕੂਲਾਂ ਕਾਲਜਾਂ ਦੀ ਕੋਵਿਡ ਕਰਕੇ, ਉਸੇ ਸਥਿਤੀ ਨੂੰ ਮੈਂ ਥੋੜ੍ਹਾ ਜਿਹਾ ਅੱਗੇ ਵਿਚਾਰਨਾ ਚਾਹੁੰਦਾ ਹਾਂ ਕਿ ਜਿਹੜੇ ਐਗਜ਼ਾਮ ਹੁੰਦੇ ਨੇ, ਜਿਵੇਂ ਬੋਰਡ ਦੇ ਐਗਜ਼ਾਮ ਨੇ, ਜਿਵੇਂ ਚਲੋ ਛੋਟੀਆਂ ਕਲਾਸਾਂ ਦੇ ਵੀ ਹਨ, ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਬੱਚਿਆਂ ਲਈ, ਬੱਚਿਆਂ ਦੇ ਭਵਿੱਖ ਦਾ ਮਸਲਾ ਹੈ। ਪਰ ਜੋ ਵੱਡੀਆਂ ਕਲਾਸਾਂ ਦੇ ਨੇ ਉਹ ਨਜ਼ਦੀਕ ਆਉਂਦੇ ਜਾਂਦੇ ਨੇ। ਕੀ ਇਹ ਵੋਟਾਂ ਦੀ ਤਰੀਕ ਜੇ ਪਹਿਲਾਂ ਇਹ ਗੱਲ ਕਿਸੇ ਨੇ ਮੰਗ ਉਠਾਈ ਹੁੰਦੀ ਜਾਂ ਚੋਣ ਕਮਿਸ਼ਨ ਨੇ ਇਸ ਪ੍ਰਤੀ ਕੋਈ ਜਿਹੜਾ ਹੈ ਕੋਈ ਵਿਚਾਰ ਵਟਾਂਦਰਾ ਕੀਤਾ ਹੁੰਦਾ ਤਾਂ ਇਹਨਾਂ ਨੂੰ ਹੋਰ ਇੱਕ ਹਫ਼ਤਾ ਅਗੇਤੀਆਂ ਵੀ ਕੀਤਾ ਜਾ ਸਕਦਾ ਸੀ। ਵੋਟਾਂ ਨੂੰ ਲੇਟ ਕਰਨ ਨਾਲੋਂ ਅਗੇਤੀਆਂ ਕਰਨਾ ਜ਼ਿਆਦਾ ਬਿਹਤਰ ਸੀ ਕਿਉਂਕਿ ਗਾਂਹ ਇਮਤਿਹਾਨ ਜਿਹੜੇ ਨੇ ਹੋਣੇ ਨੇ ਤੇ ਇਮਤਿਹਾਨਾਂ ਦੇ ਵਿੱਚ ਕਿਹਦਾ ਕੀ ਨੁਕਸਾਨ ਹੋਵੇਗਾ। ਇੱਕ ਪਾਸੇ ਤੇ ਐਗਜ਼ਾਮਸ ਦੀ ਤਿਆਰੀ ਹੋ ਰਹੀ ਹੈ ਤੇ ਦੂਸਰੇ ਪਾਸੇ ਇਲੈਕਸ਼ਨ ਆ ਰਹੀਆਂ ਨੇ। ਉਹੋ ਹੀ ਜਿਹੜਾ ਅਮਲਾ ਫੈਲਾ ਹੈ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਆਉਂਦਾ ਹੈ। ਤੁਹਾਨੂੰ ਪਤਾ ਹੈ ਕਿ ਜਿੰਨੇ ਐਗਜ਼ਾਮ ਹੁੰਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਅਮਲੇ ਫੈਲੇ ਨੇ ਕੰਮ ਕਰਨਾ ਹੁੰਦਾ, ਡਿਊਟੀਜ਼ ਲੱਗਦੀਆਂ ਨੇ ਤੇ ਚੋਣ ਅਮਲ ਦੇ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ ਵੀ ਤਕਰੀਬਨ ਉਹੀ ਅਮਲਾ ਜਿਹੜਾ ਹੈ, ਭਾਵੇਂ ਕਿ ਹੋਰ ਵੀ ਇਹਨਾਂ ਨਾਲ ਮਹਿਕਮੇ ਬਹੁਤ ਹੁੰਦੇ ਨੇ, ਉਹ ਹੀ ਜਿਹੜਾ ਹੈ ਆਪਣੀ ਡਿਊਟੀ ਨਿਭਾਉਂਦਾ। ਸੋ ਇਹ ਬੜੀਆਂ ਬਾਰੀਕ ਗੱਲਾਂ ਨੇ। ਚੋਣ ਕਮਿਸ਼ਨ ਨੂੰ ਗਾਂਹ ਵਾਸਤੇ ਜਿਹੜਾ ਹੈ ਉਹ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਧਿਆਨ ਵਿੱਚ ਲਿਆਉਣਾ ਪਏਗਾ। ਬਿਲਕੁਲ ਜੀ, ਜਿੱਦਾਂ ਤੁਸੀਂ ਦੱਸਿਆ ਕੁਲਦੀਪ ਜੀ, ਚੋਣ ਕਮਿਸ਼ਨ ਨੇ, ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਨੇ ਇਸ ਕੈਲੰਡਰ ਦੇ ਉੱਤੇ ਖਿਆਲ ਜ਼ਰੂਰ ਕੀਤਾ ਸੀ ਕਿਉਂਕਿ ਜਿਹੜਾ ਮਹਾਰਾਜ ਜੀ ਦਾ, ਗੁਰੂ ਮਹਾਰਾਜ ਦਾ ਦਿਨ ਆ ਉਹ 16 ਤਰੀਕ ਆ ਤੇ ਉਹਨਾਂ ਨੇ ਚੋਣਾਂ 14 ਤਰੀਕ ਨੂੰ ਰੱਖੀਆਂ ਸੀ। ਉਹਨਾਂ ਨੇ ਆਪਣੇ ਹਿਸਾਬ ਨਾਲ ਤਾਂ ਸੋਚਿਆ ਸੀ, ਪਰ ਉਹ ਜਿਹੜੀ ਇੱਥੋਂ ਉੱਥੇ ਜਾਣ ਵਾਲੀ ਗੱਲ ਸੀ ਜਾਂ ਉਹਦਾ ਜੋ ਥੋੜ੍ਹਾ ਬਹੁਤ ਸਿਆਸੀਕਰਨ ਕੀਤਾ ਗਿਆ, ਤੁਸੀਂ ਕਹਿ ਸਕਦੇ ਆ ਕਿ ਉਹ ਚੋਣ ਕਮਿਸ਼ਨ 'ਚ ਉਹਦੇ ਤੋਂ ਕੁਝ ਕੁਤਾਹੀ ਜ਼ਰੂਰ ਹੋਈ। ਮੈਂ ਇੱਕ ਚੀਜ਼ ਇਹਦੇ ਵਿੱਚ ਹੋਰ ਜੋੜਨੀ ਚਾਹਾਂਗਾ ਜੀ। ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਹੋਇਆ ਕਿ ਮੈਂ ਸਮਝਦਾ ਕਿ 25 ਕੁ ਸਾਲ ਹੋਏ ਨੇ ਇਸ ਗੱਲ ਨੂੰ ਕਿ ਅੱਜ ਦੇ ਨੌਜਵਾਨਾਂ ਨੂੰ ਸ਼ਾਇਦ ਨਾ ਪਤਾ ਹੋਵੇ, ਅੱਜ ਦੇ ਵੋਟਰਾਂ ਨੂੰ, ਨਵੇਂ ਵੋਟਰਾਂ ਨੂੰ, ਕਿ ਇੰਨੇ ਕੁ ਸਾਲ ਪਹਿਲਾਂ ਭਾਰਤ ਪੂਰੇ ਦੇ ਵਿੱਚ ਇੱਕ ਦਿਨ ਵੋਟਾਂ ਹੋਇਆ ਕਰਦੀਆਂ ਸੀ। ਜੀ ਬਿਲਕੁਲ ਠੀਕ। ਸਾਰਾ ਦਿਨ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਤੇ ਸ਼ਾਮ ਨੂੰ ਉਸੇ ਵੇਲੇ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਤੇ ਬੈਲਟ ਪੇਪਰ ਹੁੰਦਾ ਸੀ। EVM ਮਸ਼ੀਨ ਵੀ ਨਹੀਂ ਸੀ ਹੁੰਦੀ। ਇਸੇ ਤਰ੍ਹਾਂ ਹੀ ਸੂਬੇ ਦੇ ਵਿੱਚ ਵੀ ਚਾਹੇ ਵੋਟਾਂ ਅੱਗੇ ਪਿੱਛੇ ਹੁੰਦੀਆਂ ਸੀ, ਉਹ ਵੋਟਾਂ ਹੋਣੀਆਂ ਤੇ ਸ਼ਾਮ ਨੂੰ ਨਤੀਜੇ ਆ ਜਾਣੇ। ਚਲੋ ਹੁਣ ਗਾਂਹ ਵਧੇ ਆ,
ਪਰ ਕੀ ਸਾਡੇ ਵੋਟਰਾਂ ਦੀ ਗਿਣਤੀ ਇੱਕਦਮ ਇੰਨੀ ਵੱਧ ਗਈ, ਆਬਾਦੀ ਸਾਡੀ ਇੰਨੀ ਜ਼ਿਆਦਾ ਤੇਜ਼ੀ ਨਾਲ ਹੋ ਗਈ ਕਿ ਸਾਡੇ ਕੋਲੋਂ ਇਹ ਸਿਸਟਮ ਨਹੀਂ ਤਿਆਰ ਹੋ ਰਿਹਾ। ਹੁਣ ਜਦੋਂ ਪੂਰੇ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ 2 ਮਹੀਨੇ ਉਹੀ ਕੰਮ ਚੱਲਦਾ ਰਹਿੰਦਾ, ਸਾਰਾ ਸਰਕਾਰੀ ਕੰਮਕਾਜ ਠੱਪ ਹੋ ਜਾਂਦਾ ਹੈ, ਜ਼ਾਬਤਾ ਲੱਗ ਜਾਂਦਾ ਹੈ, ਕਿਤੇ ਕੁਝ ਕਿਤੇ ਕੁਝ। ਇਹ ਸਿਆਸੀ ਪਾਰਟੀਆਂ ਨੇ ਆਪਣੇ ਮਫਾਦ ਲਈ ਜੋ ਇੰਨਾ ਲੰਬਾ ਸਮਾਂ ਸਾਨੂੰ ਬੰਨ੍ਹ ਕੇ ਰੱਖਿਆ, ਹਰ ਸਾਲ ਸਾਡੇ ਕਦੀ ਮਿਊਨਿਸਪੈਲਿਟੀ ਦੀਆਂ, ਕਦੀ ਪੰਚਾਇਤ ਦੀਆਂ, ਕਦੀ ਸੰਮਤੀ ਦੀਆਂ, ਕਦੇ ਪ੍ਰੀਸ਼ਦ ਦੀਆਂ, ਕਦੇ ਲੋਕ ਸਭਾ, ਕਦੇ ਵਿਧਾਨ ਸਭਾ, ਕਦੇ ਕੁਛ, ਇਹ ਸਾਰੀਆਂ ਵੋਟਾਂ ਹੁੰਦੀਆਂ ਜਾਂਦੀਆਂ ਨੇ। ਸਾਲ ਦੇ ਵਿੱਚ 1-2 ਜਿਹੜੀਆਂ ਚੋਣਾਂ ਨੇ ਜ਼ਰੂਰ ਹੁੰਦੀਆਂ ਨੇ। ਹਾਂ, ਇਹ ਵੀ ਗੱਲ ਵਿਚਾਰਨਯੋਗ ਸੀ, ਆਖਿਆ ਜਰਾ ਸੀ ਕਿ ਭਾਜਪਾ ਸਰਕਾਰ ਜਿਹੜੀ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਕਿਉਂ ਨਾ ਪੂਰੇ ਭਾਰਤ ਦੇ ਵਿੱਚ ਇੱਕੋ ਟਾਈਮ ਵੋਟਾਂ ਹੋਣ ਜੀ, ਲੋਕ ਸਭਾ ਤੇ ਵਿਧਾਨ ਸਭਾ ਜਿਹੜੀਆਂ ਹਨ ਇੱਕੋ ਦਿਨ ਕਰਵਾ ਦਿੱਤੀਆਂ ਜਾਣ, ਪਰ ਉਹ ਸੰਭਵ ਨਹੀਂ ਹੋਵੇਗਾ ਅਮਰਤ ਜੀ। ਜੀ ਬਿਲਕੁਲ, ਇੱਕ ਵਾਰੀ ਤੇ ਹੋ ਜਾਣਗੀਆਂ, ਚਲੋ ਮੰਨ ਲਈਏ ਵੀ 2023 ਦੇ ਵਿੱਚ ਅਸੀਂ ਮੰਨ ਲਈਏ ਕਿ ਜਨਵਰੀ ਦੇ ਵਿੱਚ ਪੂਰੇ ਭਾਰਤ 'ਚ ਵੋਟਾਂ ਹੋ ਜਾਣ। ਹੁਣ ਸਮੀਕਰਨ ਇੱਥੇ ਦੇ ਹੋਰ ਨੇ ਕਿ ਜੰਮੂ ਕਸ਼ਮੀਰ ਜਾਂ ਹਿਮਾਚਲ ਦੇ ਉਹਨਾਂ ਖੇਤਰਾਂ 'ਚ ਜਿੱਥੇ ਭਾਰੀ ਬਰਫ਼ਬਾਰੀ ਪੈਂਦੀ ਹੈ ਉੱਥੇ ਇਹਨਾਂ ਦਿਨਾਂ 'ਚ ਵੋਟਾਂ ਹੋ ਸਕਣਗੀਆਂ ਜੀ। ਜੇ ਗਾਂਹ ਖਿੱਚ ਕੇ ਲੈ ਜਾਂਦੇ ਹੋ ਤੇ ਫਿਰ ਕੀ ਜੂਨ ਦੇ ਵਿੱਚ ਜਦੋਂ ਇੰਨੀ ਭਿਆਨਕ ਗਰਮੀ ਹੁੰਦੀ ਹੈ ਉਦੋਂ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਲੂ ਵਗਦੀ ਹੈ, ਕੀ ਵੋਟਾਂ ਹੋ ਸਕਣਗੀਆਂ? 2 ਮਹੀਨੇ ਹੋਰ ਪਿੱਛੇ ਕਰ ਲਓ ਤੇ ਉਧਰ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਕਿ ਉਧਰ ਸੰਭਵ ਹੋ ਜਾਣਗੀਆਂ? ਇਸ ਤਰ੍ਹਾਂ ਸੰਭਵ ਹੋਣ ਵਾਲਾ ਬਣੇ। ਦੂਸਰੀ ਗੱਲ ਇਹ ਆ ਕਿ ਜੇ ਇੱਕ ਵਾਰੀ ਵੋਟਾਂ ਕਰਵਾ ਵੀ ਲਈਆਂ, 5 ਸਾਲ ਵਾਸਤੇ ਸਰਕਾਰ ਚੁਣੀ ਜਾਂਦੀ ਹੈ, ਚਾਹੇ ਉਹ ਵਿਧਾਨ ਸਭਾ ਹੋਵੇ ਤੇ ਚਾਹੇ ਲੋਕ ਸਭਾ ਹੋਵੇ ਜੀ। ਲੋਕ ਸਭਾ ਦੀ ਮੰਨ ਲਿਆ ਕਿ ਕਿਸੇ ਨੂੰ ਬਹੁਮਤ ਆ ਗਿਆ, ਵਿਧਾਨ ਸਭਾ ਪੰਜਾਬ ਦੇ ਵਿੱਚ ਬਹੁਮਤ ਆ ਗਿਆ ਪਰ ਹਰਿਆਣੇ 'ਚ ਨਹੀਂ ਆਇਆ, ਯੂਪੀ 'ਚ ਨਹੀਂ ਆਇਆ, ਮਹਾਰਾਸ਼ਟਰ 'ਚ ਆ ਗਿਆ, ਗੁਜਰਾਤ ਵਿੱਚ ਨਹੀਂ ਆਇਆ, ਉੱਥੇ ਫਿਰ ਜਦੋਂ ਦੁਬਾਰਾ ਛੇਤੀ ਹੋਣਗੀਆਂ ਤਾਂ ਫਿਰ ਉਹ ਸਮਾਂ ਕਿੱਥੇ ਜਾਵੇਗਾ? ਉਹ ਤਾਂ ਫਿਰ ਅੱਗੇ ਪਿੱਛੇ ਹੋ ਗਿਆ। ਇਸ ਕਰਕੇ ਉਸ ਬਾਰੇ ਸੋਚਣਾ ਵਿਚਾਰਨਾ ਵੀ ਗਲਤ ਹੋਵੇਗਾ। ਪਰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੂੰ, ਇਲੈਕਸ਼ਨ ਕਮਿਸ਼ਨ ਨੂੰ। ਇਹ ਜਿਹੜਾ ਇਲੈਕਸ਼ਨਾਂ ਦਾ, ਚੋਣਾਂ ਦਾ ਹਊਆ ਬਣਾ ਦਿੱਤਾ ਗਿਆ ਇੰਨਾ ਵੱਡਾ, ਇਹ ਇੱਕ ਦਿਨ ਹੋਣ। ਜੇ ਯੂਪੀ, ਉੱਤਰਾਖੰਡ, ਪੰਜਾਬ, ਗੋਆ, ਜਿੱਥੇ ਵੀ ਹੋਣੀਆਂ ਸੀ, ਜੇ ਇੱਕ ਦਿਨ ਦੇ ਵਿੱਚ ਇਹ ਵਿਧਾਨ ਸਭਾ ਚੋਣਾਂ ਨਹੀਂ ਅਸੀਂ ਕਰਵਾ ਸਕਦੇ ਤਾਂ ਫਿਰ ਸਾਡਾ ਜਿਹੜਾ ਸਿਸਟਮ ਹੈ, ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਅੱਜ ਤੱਕ ਖੱਟਿਆ ਕੀ ਹੈ ਤੇ ਅਸੀਂ ਬਣਾਇਆ ਕੀ ਹੈ। ਜੇ ਸਾਡੇ ਕੋਲ ਇੰਨੇ ਸਿਕਿਉਰਿਟੀ ਫੋਰਸਿਸ, ਇੰਨਾ ਅਮਲਾ, ਯੂਪੀ ਦੇ ਅਮਲੇ ਨੇ ਯੂਪੀ ਵਿੱਚ ਕੰਮ ਕਰਨਾ ਹੈ, ਜੋ ਉੱਤਰਾਖੰਡ ਦੇ ਨੇ ਉੱਤਰਾਖੰਡ ਵਿੱਚ ਕਰਨਾ ਹੈ, ਪੰਜਾਬ ਦੇ ਨੇ ਪੰਜਾਬ ਵਿੱਚ ਕਰਨਾ, ਤਾਂ ਫਿਰ ਸਮੱਸਿਆ ਕੀ ਹੈ? ਇਹ 6 ਗੇੜ, 7 ਗੇੜ, 5 ਗੇੜ, 3 ਗੇੜ, ਇਹ ਗੱਲਾਂ ਕਿੱਥੇ ਦੀਆਂ ਰਹਿ ਗਈਆਂ ਨੇ? ਸਾਨੂੰ ਅਗਾਂਹ ਵਧਣਾ ਚਾਹੀਦਾ। ਇੰਨਾ ਲੰਬਾ ਜਨਤਾ ਨੂੰ ਲਮਕਾਉਣ ਦੀ ਬਜਾਏ ਇੱਕ ਦਿਨ ਚੋਣਾਂ ਹੋਣ, ਉਹ ਜ਼ਿਆਦਾ ਵਧੀਆ ਹੋਵੇਗਾ। ਕੁਲਦੀਪ ਜੀ, ਤੁਹਾਡੀਆਂ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੁਕੀਆਂ ਹੋਈਆਂ ਨੇ। ਜਿਹੜੀ ਤੁਸੀਂ ਗੱਲ ਕੀਤੀ ਵਨ ਨੇਸ਼ਨ ਵਨ ਇਲੈਕਸ਼ਨ ਦੀ, ਇਹ ਮੋਦੀ ਸਾਹਿਬ ਦਾ ਜਿਹੜਾ ਬਹੁਤ ਇੱਛਾ ਵਾਲੀ ਗੱਲ ਸੀ, ਉਹ ਚਾਹੁੰਦੇ ਸੀ ਇਹੋ ਜਿਹਾ ਕਰਨਾ, ਕਿਉਂਕਿ ਉਹ ਚੰਗਾ ਕਰਨਾ ਚਾਹੁੰਦੇ ਕਿ ਮਾੜਾ ਕਰਨਾ ਚਾਹੁੰਦੇ ਆ ਉਹ ਬਾਅਦ ਦੀ ਗੱਲ ਆ। ਸਭ ਤੋਂ ਪਹਿਲਾਂ ਉਹ ਆਪਣੇ ਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਫਿੱਟ ਕਰਨੀਆਂ ਚਾਹੁੰਦੇ ਨੇ। ਪਰ ਉਹਨਾਂ ਦੀ ਜਿਹੜੀ ਵਨ ਇਲੈਕਸ਼ਨ ਦੀ ਗੇਮ ਸੀ, ਉਹਨੂੰ ਡਿਫੈਂਸ ਮਿਨਿਸਟਰੀ ਨੇ ਵੀ ਲਗਭਗ ਇਨਕਾਰ ਕਰਤਾ ਸੀ, ਫਾਈਨਾਂਸ ਵੱਲੋਂ ਵੀ ਤੇ ਹੋਮ ਮਿਨਿਸਟਰੀ ਵੱਲੋਂ ਵੀ ਉਹਦੇ ਤੇ ਇਨਕਾਰੀ ਸੀ। ਤੇ ਚੋਣ ਕਮਿਸ਼ਨ ਨੇ ਵੀ ਕਿਹਾ ਸੀਗਾ ਕਿ ਸਾਡੇ ਕੋਲ ਇੰਨੇ ਜ਼ਿਆਦਾ ਸਾਧਨ, ਇੰਨੀਆਂ ਜ਼ਿਆਦੀਆਂ EVM ਤੇ ਇੰਨੀਆਂ ਜ਼ਿਆਦੀਆਂ ਚੀਜ਼ਾਂ ਨਹੀਂ ਹਨ ਕਿ ਅਸੀਂ 100 ਕਰੋੜ ਤੋਂ ਵੀ ਵੱਧ ਲੋਕਾਂ ਦੀਆਂ ਪੋਲਿੰਗ ਜਿਹੜੀਆਂ ਉਹ ਇੱਕੋ ਦਿਨ ਕਰਵਾ ਸਕੀਏ। ਤੁਸੀਂ ਬਿਲਕੁਲ ਠੀਕ ਦੱਸਿਆ, ਕਿਸੇ ਸਮੇਂ ਤੇ ਇਦਾਂ ਸਾਰਾ ਕੁਝ ਹੁੰਦਾ ਸੀ ਤੇ ਹੁਣ ਵੀ ਲੋਕ ਸਭਾ ਤਾਂ ਅਮਰਜੀ ਹੋ ਸਕਦੀਆਂ, ਬਿਲਕੁਲ ਹੋ ਸਕਦੀਆਂ। ਲੋਕ ਸਭਾ ਦੇ ਦੇਖੋ, ਜੇ ਲੋਕ ਸਭਾ ਦੀ ਅੱਜ ਪੰਜਾਬ ਵਿੱਚ VOTING ਮੰਨ ਲਈਏ ਕਿ 20 ਮਈ ਨੂੰ ਹੁੰਦੀ ਹੈ ਤੇ ਉਧਰੋਂ ਜਿਹੜਾ ਐਂਡ ਤੇ ਜਾ ਕੇ ਕੇਰਲਾ ਦੇ ਵਿੱਚ ਜਾ ਕੇ ਇਹ 20 ਜੂਨ ਨੂੰ ਖਤਮ ਹੁੰਦੀ ਹੈ ਜੀ। ਪੰਜਾਬ ਵਾਲੀਆਂ EVM ਮਸ਼ੀਨਾਂ ਤੇ ਉਨੀ ਦੇਰ ਤੱਕ ਬਲੌਕ ਹੀ ਰਹਿੰਦੀਆਂ ਨੇ। ਦੇਖੋ ਉਹ ਉਨੀਆਂ ਹਨ। ਹਾਂ, ਵਿਧਾਨ ਸਭਾ ਤੇ ਲੋਕ ਸਭਾ ਨੂੰ ਇੱਕ ਕਰਨ ਦੀ ਲੋੜ ਨਹੀਂ ਹੈ, ਪਰ ਲੋਕ ਸਭਾ ਇੱਕ ਵਾਰੀ ਹੋ ਸਕਦੀ ਹੈ, ਵਿਧਾਨ ਸਭਾ ਇੱਕ ਵਾਰੀ ਹੋ ਸਕਦੀ ਹੈ। ਦੇਖੋ, ਤੁਸੀਂ ਜਿਹੜੀਆਂ ਗੱਲਾਂ ਕਰਦੇ ਆ ਉਹ ਯਥਾਰਥ ਤੱਕ ਠੀਕ ਨੇ, ਉਹ ਆਈਡੀਅਲ ਸਟੇਟ ਦੀਆਂ ਗੱਲਾਂ ਨੇ। ਉਹਨਾਂ ਨੇ ਇਹ ਵੀ ਦੇਖਣਾ ਨਾ ਜੀ ਕਿ ਅੱਜ ਪ੍ਰਚਾਰ ਅਸੀਂ ਕਿੱਥੇ ਕਰਨਾ, ਸਟਾਰ ਪ੍ਰਚਾਰਕ ਕਿੱਥੇ ਭੇਜਣੇ ਨੇ, ਸਿਆਸੀਕਰਨ ਵੀ ਤਾਂ ਹੋਣਾ। ਵੋਟਾਂ ਨਿਰੀਆਂ ਉਹਨਾਂ ਨੇ ਮੁਲਕ ਦੇ ਵਿੱਚ ਸਰਕਾਰ ਬਣਾਉਣ ਲਈ ਨਹੀਂ ਪਾਉਣੀਆਂ, ਸਰਕਾਰ ਆਪਣੀ ਬਣਾਉਣੀ, ਇਹਦੇ ਕਰਕੇ ਵੀ ਤੇ ਪਾਉਣੀਆਂ ਨੇ ਜੀ। ਤੁਸੀਂ ਮੈਨੂੰ ਲੱਗਦਾ ਇਲੈਕਸ਼ਨਾਂ 'ਚ ਖੜੇ ਹੋਵੋਗੇ ਜਲਦੀ ਜੀ। ਕਰਦੇ ਹਾਂ ਜੀ ਹੋਰ ਗੱਲ, ਪਰ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਕੁਲਦੀਪ ਜੀ, ਅਸੀਂ ਵੋਟਾਂ ਦੀ ਗੱਲ ਕਰ ਲਈ ਕਿ ਵੋਟਾਂ ਅੱਗੇ ਪਿੱਛੇ ਹੋ ਗਈਆਂ। ਜਿਹਨਾਂ ਪਾਰਟੀਆਂ ਨੇ ਵੋਟਾਂ ਲੈਣੀਆਂ ਨੇ, ਦੌੜ ਉਹਨਾਂ ਨੇ ਵੀ ਪੂਰੀ ਲਾਈ ਹੋਈ ਆ। ਤੇ ਇੱਕ ਪਾਰਟੀ ਉਹ ਆ ਜਿਹੜੀ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਨਵੀਂ ਆਈ ਸੀ। ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਸਵਾਲ ਉਹਨਾਂ ਕੋਲ ਪਿਛਲੀ ਵਾਰ ਵੀ ਪੁੱਛਿਆ ਜਾ ਰਿਹਾ ਸੀ ਤੇ ਸਵਾਲ ਇਸ ਵਾਰ ਵੀ ਉਹੀ ਆ ਕਿ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।
ਹਾਲਾਂਕਿ ਬਾਕੀ ਸਾਰੀਆਂ ਪਾਰਟੀਆਂ ਤੋਂ ਵੀ ਸਵਾਲ ਇਹ ਪੁੱਛਿਆ ਜਾਂਦਾ ਤੇ ਚਿਹਰਾ ਹਾਲੇ ਕਿਸੇ ਦਾ ਵੀ ਫਾਈਨਲ ਨਹੀਂ ਹੈਗਾ, ਪਰ ਆਮ ਆਦਮੀ ਪਾਰਟੀ ਦੇ ਚਿਹਰੇ ਨੂੰ ਲੈ ਕੇ ਬਹੁਤ ਕਿਆਸ ਰਾਈਆਂ ਨੇ ਤੇ ਬਹੁਤ ਉਲਝਣ ਬਣੀ ਹੋਈ ਹੈ। ਤੇ ਹੁਣ ਇਹ ਗੱਲ ਕਿੱਥੇ ਤੱਕ ਪਹੁੰਚੀ ਹੈ ਜੀ, ਉਹਨਾਂ ਨੇ ਇੱਕ ਫੋਨ ਨੰਬਰ ਜਾਰੀ ਕੀਤਾ ਸੀਗਾ, ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਛੇਤੀ ਹੀ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਗੇ ਜੀ। ਜਿਹੜਾ ਨੰਬਰ ਜਾਰੀ ਕੀਤਾ ਸੀ ਜੀ, ਉਸ ਬਾਰੇ ਹਰਪਾਲ ਚੀਮਾ ਹੋਰੀ ਕਹਿੰਦੇ ਨੇ ਕਿ ਤਕਰੀਬਨ ਸਾਨੂੰ 15 ਲੱਖ ਦੇ ਆਸ-ਪਾਸ ਜਿਹੜੇ ਨੇ ਸੰਦੇਸ਼ ਆਏ ਨੇ ਜੀ। ਹੁਣ 15 ਲੱਖ ਤੇ ਬਹੁਤ ਵੱਡੀ ਗਿਣਤੀ ਹੈ, ਬਿਲਕੁਲ ਜੀ, ਜਿਸ ਵਿੱਚ WhatsApp ਦੇ ਮੈਸੇਜ ਨੇ, ਕਾਲਾਂ ਨੇ, ਮਿਸ ਕਾਲ ਹੈ, ਮੈਸੇਜ ਹੈ, ਟੈਕਸਟ ਮੈਸੇਜ ਹੈ, ਸਭ ਕੁਝ ਹੋਵੇਗਾ ਜੀ। ਇੰਨੇ ਇੱਕੋ ਨੰਬਰ ਤੇ ਉਹਨਾਂ ਵੱਲੋਂ ਗਿਣਤੀ ਤੇ ਉਹਦਾ ਹਿਸਾਬ ਰੱਖਣਾ, ਇਹ ਤੇ ਮੈਨੂੰ ਲੱਗਦਾ ਕਿ ਪੂਰੀ ਟੀਮ ਚਾਹੀਦੀ ਹੈ। ਬਿਲਕੁਲ ਜੀ, ਉਹਨਾਂ ਦਾ ਮੀਡੀਆ ਲੱਗਿਆ ਹੋਇਆ ਸਾਰਾ ਇਸ ਟੀਮ ਦੇ ਉੱਤੇ। ਤੇ ਜਾਂ ਫਿਰ ਉਹਨਾਂ ਨੇ ਡਿਸਾਈਡ ਕੀਤਾ ਹੋਇਆ ਕਿ ਕਿਹਨੂੰ ਬਣਾਉਣਾ ਤੇ ਸਿਰਫ ਨਾਂ ਦਾ ਐਲਾਨ ਕਰਨਾ ਜੀ। ਨਾ ਅਗਰ ਜੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਆਪਸ਼ਨਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਹੁਣ ਤੱਕ ਦਿਖਾਈਆਂ ਗਈਆਂ ਨੇ ਜੀ, ਜਾਂ ਜਿਹੜੇ ਚਿਹਰੇ ਮੋਹਰੇ ਕਰਕੇ ਪੇਸ਼ ਕੀਤੇ ਗਏ ਨੇ, ਤੇ ਜਾਂ ਅਰਵਿੰਦ ਕੇਜਰੀਵਾਲ ਖੁਦ ਹੀ ਆਪ ਹੀ ਨਾਮ ਲੈ ਗਏ ਭਗਵੰਤ ਮਾਨ ਦਾ ਜੀ, ਉਹ ਇੱਕ ਇਸ਼ਾਰਾ ਸੀ। ਜੇ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਹਰਪਾਲ ਚੀਮਾ ਵੀ ਉੱਥੇ ਬੈਠ ਸਕਦੇ ਸੀ, ਰਾਘਵ ਚੱਡਾ ਵੀ ਬੈਠ ਸਕਦੇ ਸੀ, ਕੁੰਵਰ ਵਿਜੇ ਪ੍ਰਤਾਪ ਵੀ ਬੈਠ ਸਕਦੇ ਸੀ, ਹੋਰ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹ ਉੱਥੇ ਸਾਰੇ ਬੈਠੇ ਹੋ ਸਕਦੇ ਸਨ। ਉਹ ਸਾਰੇ ਇਕਮਤ ਹੋ ਕੇ ਕਹਿ ਦਿੰਦੇ ਕਿ ਆ ਸਾਡੀ ਪ੍ਰੈਸ ਰਿਲੀਜ਼ ਆ, ਅਸੀਂ ਇਹ ਫੈਸਲਾ ਕਰ ਲਿਆ। ਪਰ ਉੱਥੇ ਬੈਠ ਕੇ ਇਹ ਕਹਿਣਾ ਕਿ ਦੇਖੋ ਮੈਂ ਤਾਂ ਚਾਹੁੰਦਾ ਸੀ ਭਗਵੰਤ ਜੀ ਜਿਹੜੇ ਹਨ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਈਏ, ਤੇ ਭਗਵੰਤ ਜੀ ਨੇ ਕਿਹਾ ਨਹੀਂ, ਇੱਕ ਵਾਰੀ ਲੋਕਾਂ ਤੋਂ ਪੁੱਛ ਲੈਣਾ ਚਾਹੀਦਾ ਜੀ। ਅਮਰਤ ਜੀ, ਜਦੋਂ ਅਸੀਂ ਕਹਿੰਦੇ ਹਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਜੀ, ਲੋਕ ਹੁਣ ਤੁਹਾਡਾ ਆਪਣਾ ਮੁੱਖ ਮੰਤਰੀ ਚੰਨੀ ਜੀ ਜਿਵੇਂ ਕਹਿੰਦੇ ਨੇ ਜੀ, ਮੈਨੂੰ ਤੁਸੀਂ ਇਹ ਦੱਸੋ, ਜਦੋਂ ਵਿਧਾਇਕ ਦਲ ਚੁਣਿਆ ਜਾਂਦਾ ਹੈ 117 ਚੁਣੇ ਜਾਣੇ ਨੇ, ਬਿਲਕੁਲ ਕਿਸੇ ਇੱਕ ਪਾਰਟੀ ਨੂੰ ABCD ਨੂੰ ਮੰਨ ਲਓ ਕਿ 50 55 57 58 ਜਾਂ 60 ਜਾਂ 65 ਵੋਟਾਂ ਸੀਟਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਜੀ। ਹੁਣ ਉਹ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਦੇ ਨੇ ਕਿ ਭਾਈ ਅਸੀਂ ਮੁੱਖ ਮੰਤਰੀ ਹੁਣ ਚੁਣਨਾ ਹੈ, ਬਣਾਉਣਾ ਹੈ ਜੀ, ਤੇ ਆਹ ਬੰਦਾ ਜਿਹੜਾ ਇਸ ਦੇ ਨਾਮ ਦੀ ਪ੍ਰੋੜਤਾ ਕੀਤੀ ਜਾਂਦੀ ਹੈ। ਬਿਲਕੁਲ। ਬਾਕੀ ਹੱਥ ਖੜਾ ਕਰਦੇ ਨੇ ਜਾਂ ਵੋਟ ਪਾਉਂਦੇ ਨੇ ਜਾਂ ਕਿਵੇਂ ਵੀ ਹੈ, ਜਾਂ ਅੰਦਰੂਨੀ VOTING ਪਾਰਟੀ ਦੀ ਵਿਧਾਇਕ ਦਲ ਦੀ ਹੁੰਦੀ ਹੈ ਜੀ। ਉਹ ਫਿਰ ਵਿਧਾਇਕ ਦਲ ਚੁਣਦਾ ਹੈ ਕਿ ਸਾਡਾ ਆਗੂ ਕੌਣ ਹੋਵੇਗਾ, ਤੇ ਉਹ ਫਿਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੁੰਦਾ ਹੈ। ਇਸੇ ਤਰ੍ਹਾਂ ਇਹ ਰਵਾਇਤ ਬਹੁਤੀ ਜਿਹੜੀ ਹੈ ਜਗ੍ਹਾ ਤੇ ਹੁੰਦੀ ਹੈ ਜੀ। ਜੇ ਅਸੀਂ ਇਹ ਕਹਿ ਦਈਏ ਕਿ ਪਿਛਲੀਆਂ ਚੋਣਾਂ ਦੇ ਵਿੱਚ 17 ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਨੇ ਐਲਾਨ ਦਿੱਤਾ ਸੀ ਜੀ, ਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਕਾਂਗਰਸ ਨੇ 10 ਸਾਲ ਓਪੋਜੀਸ਼ਨ ਵਿੱਚ ਬੈਠ ਕੇ ਦੇਖ ਲਿਆ ਸੀ। 10 ਸਾਲ ਹੋ ਗਏ ਸੀ ਉਹਨਾਂ ਨੂੰ ਬੈਠੇ ਹੋਏ ਹਨ, ਤੇ ਉਹਨਾਂ ਨੇ ਪਹਿਲਾਂ ਤੋਂ ਹੀ ਇਸ ਦੀ ਤਿਆਰੀ ਵਿੱਢ ਲਈ। ਉਸ ਦਾ ਮੁੱਢ ਜਿਹੜਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵਿੱਢਿਆ ਸੀ। ਸਾਨੂੰ ਸਮਝਣਾ ਚਾਹੀਦਾ ਹੈ ਕਿ 2014 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਸ ਤਰ੍ਹਾਂ ਅਰੁਣ ਜੇਟਲੀ ਦੀ ਸੀਪ ਲਾਈ ਸੀ ਉੱਥੋਂ ਅੰਮ੍ਰਿਤਸਰ ਤੋਂ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ, ਜੀ, ਬਹੁਤ ਵੱਡੀ ਗੱਲ ਸੀ ਇਹੋ, ਔਰ ਉਹਨਾਂ ਦੇ ਨਾਮ ਦਾ ਤਿਲਕਾ ਮਚ ਗਿਆ ਸੀ। ਔਰ ਜਿਹੜੇ ਪੰਜਾਬ ਦੇ ਉਸ ਤੋਂ ਬਾਅਦ ਦੇ ਕਾਂਗਰਸ ਦੇ ਆਗੂ ਹੋਏ ਨੇ, ਉਹ ਆਪਣੀਆਂ ਵੀ ਸੀਟਾਂ ਲੋਕ ਸਭਾ ਦੇ ਵਿੱਚ ਬਚਾਉਣ 'ਚ ਨਾਕਾਮਯਾਬ ਰਹੇ ਨੇ, ਸਾਨੂੰ ਪਤਾ ਹੈ ਜੀ। ਆਪਣੀਆਂ ਪਹਿਲੀਆਂ ਜਿੱਤੀਆਂ ਹੋਈਆਂ ਵੀ ਦੂਜੀ ਵਾਰੀ ਹਾਰ ਗਏ ਨੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜਗ੍ਹਾ ਆਪਣੀ ਬਣਾ ਲਈ ਸੀ, ਇੱਕ ਕਲਟ ਸਟੇਟਸ ਹਾਸਲ ਕਰ ਲਿਆ ਸੀ, ਜਿਸ ਨੂੰ ਹੋਰ ਕਿਸੇ ਵੱਲੋਂ ਚੈਲੰਜ ਕੀਤੇ ਜਾਣਾ ਸੰਭਵ ਨਹੀਂ ਸੀ। ਸੋ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਚਿਹਰਾ ਸਨ, ਪਰ ਉਹ ਤੋਂ ਪਹਿਲਾਂ ਰਵਾਇਤ ਕਾਂਗਰਸ ਦੀ ਤਕਰੀਬਨ ਇਸੇ ਤਰ੍ਹਾਂ ਰਹੀ ਹੈ ਕਿ ਭਾਈ ਅਸੀਂ ਪਹਿਲਾਂ ਚਿਹਰਾ ਨਹੀਂ ਦੱਸਣਾ, ਬਾਅਦ ਵਿੱਚ ਹੀ ਦੇਖਾਂਗੇ। ਹੁਣ ਮੈਂ ਸਾਰੀ ਰਾਮ ਕਹਾਣੀ ਤੁਹਾਨੂੰ ਇਸ ਕਰਕੇ ਸੁਣਾਈ ਹੈ ਕਿ ਵਿਧਾਇਕ ਜਦੋਂ ਲੋਕਾਂ ਦੀ ਚੁਣੀ ਹੋਈ ਸਰਕਾਰ ਅਸੀਂ ਕਹਿੰਦੇ ਹਾਂ, ਉਹ ਇਸੇ ਤਰ੍ਹਾਂ ਹੀ ਹੁੰਦੀ ਹੈ ਕਿ ਲੋਕਾਂ ਦੇ ਚੁਣੇ ਹੋਏ ਵਿਧਾਇਕ ਜਿਹੜੇ ਨੇ ਗਾਂ ਆਪਣਾ ਆਗੂ ਚੁਣ ਲੈਣ, ਤੇ ਫਿਰ ਉਹ ਮੁਖੀ ਹੋਵੇਗਾ ਉਸ ਸਰਕਾਰ ਦਾ। ਜੇ ਉਹਨਾਂ ਦੀ ਨਾ ਮਰਜ਼ੀ ਹੋਵੇ ਵਿਧਾਇਕਾਂ ਦੀ, ਤੇ ਫਿਰ ਉਸ ਨੂੰ ਲਾ ਵੀ ਸਕਦੇ ਨੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਣ ਦੇ ਬਾਵਜੂਦ ਵੀ 5 ਸਾਲ ਪੂਰੇ ਨਹੀਂ ਕਰ ਸਕੇ, ਉਹਨਾਂ ਨੂੰ ਲਾ ਦਿੱਤਾ ਗਿਆ, ਵਿਚਕਾਰ ਤੋਂ ਲਾ ਦਿੱਤਾ ਗਿਆ, ਔਰ ਬੈਕਅਪ ਵੀ ਰੱਖਣੀ ਪੈਂਦੀ ਹੈ ਕਿ ਜੇ ਕੋਈ ਉਹੋ ਜਿਹੀ ਗੱਲ ਹੋ ਜਾਵੇ ਤੇ ਫਿਰ ਕਿਸ ਨੂੰ ਬਣਾਉਣਾ। ਇਸੇ ਤਰ੍ਹਾਂ ਹੀ ਰਾਸ਼ਟਰਪਤੀ ਦੀ ਵੀ ਚੋਣ ਹੁੰਦੀ ਹੈ। ਸਾਡੇ ਚੁਣੇ ਹੋਏ ਵਿਧਾਇਕ ਜਿਹੜੇ ਨੇ ਉਹ ਰਾਸ਼ਟਰਪਤੀ ਦੀ ਚੋਣ ਕਰਦੇ ਨੇ, ਪ੍ਰਧਾਨ ਮੰਤਰੀ ਤੇ ਹੋਰ ਅਹੁਦਿਆਂ ਦੀਆਂ ਚੋਣਾਂ ਵੀ, ਇਹ ਫੈਸਲੇ ਵੀ ਸਾਡੇ ਉਹੀ ਕੰਸਟੀਟਿਊਸ਼ਨ ਦੇ ਵਿੱਚ ਬਦਲਾਅ ਕੁਝ ਵੀ ਹਨ, ਉਹ ਸਾਰੇ ਉਹੀ ਕਰਦੇ ਨੇ। ਇਹ ਲੋਕਤੰਤਰ ਇਸੇ ਦਾ ਨਾਮ ਹੈ ਜੀ। ਤੰਤਰ ਜਿਹੜਾ ਬਣਾਉਣਾ ਹੈ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਜਿਹੜਾ ਫਿਰ ਗਾਂ ਚੁਣਨਾ। ਸੋ ਆਮ ਆਦਮੀ ਪਾਰਟੀ ਤੇ ਦਬਾਅ ਹੈ, ਪਰ ਕੇਜਰੀਵਾਲ ਆਪਣੇ ਪੈਰਾਂ ਤੇ ਖੁਦ ਘੋੜਾ ਮਾਰ ਬੈਠਦੇ ਨੇ ਜੀ। ਸਿੱਖ ਸਮਾਜ ਚੋਂ ਹੋਵੇਗਾ ਸਾਡਾ ਮੁੱਖ ਮੰਤਰੀ, ਜਿਸ ਤੇ ਮਾਣ ਹੋਵੇਗਾ। ਉਹ ਪਤਾ ਨਹੀਂ ਮਾਣ ਹੁਣ ਮਾਣ ਨੰਨੇ ਵਾਲਾ ਮਾਣ ਹੈ
ਕਿ ਨਾਣੇ ਵਾਲਾ ਨਾਣੇ ਵਾਲਾ ਮਾਣ ਹੈ ਜੀ, ਉਹ ਹੁਣ ਭਗਵੰਤ ਮਾਨ ਤੇ ਹੀ ਸੂਈ ਟਿਕ ਗਈ ਹੈ। ਮੈਨੂੰ ਲੱਗਦਾ ਹੈ ਕਿ ਜੋ 15 ਲੱਖ ਜੇ ਵਾਕਿਆ ਮੈਸੇਜ ਆਇਆ, ਜੇ ਹਰਪਾਲ ਚੀਮਾ ਨੇ ਗਿਣ ਲਏ ਨੇ, ਤੇ ਫਿਰ ਨਾਮ ਭਗਵੰਤ ਮਾਨ ਦਾ ਆਉਣ ਵਾਲਾ ਐਲਾਨ ਕੱਲ੍ਹ ਨੂੰ ਹੋ ਜਾਣਾ। ਬਿਲਕੁਲ ਜੀ। ਤੁਸੀਂ ਚੋਣਾਂ ਦੀ ਗੱਲ ਕੀਤੀ ਤੇ 2014 ਦੀਆਂ ਚੋਣਾਂ ਜਿਹੜੀਆਂ 2014 ਦੀਆਂ ਚੋਣਾਂ ਉਹ ਵੀ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਲੜੀਆਂ। ਤੇ ਕਈ ਵਾਰ ਅਸੀਂ ਸੰਵਿਧਾਨ ਦੇ ਵਿਸ਼ੇਸ਼ਕਾਂ ਨਾਲ ਗੱਲ ਕਰਦੇ ਹਾਂ, ਜਿਹੜੇ ਇਹਦੀ ਜਾਣਕਾਰੀ ਰੱਖਦੇ ਨੇ ਤੇ ਜਿਹੜੇ ਮੁਹਾਰਤ ਰੱਖਦੇ ਨੇ, ਤੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹਨੂੰ ਤੁਸੀਂ ਰਵਾਇਤ ਵੀ ਕਹਿ ਸਕਦੇ ਆ। ਸਾਡਾ ਸੰਵਿਧਾਨ ਲਿਖਿਆ ਇਸ ਗੱਲ ਤੇ ਗਿਆ ਕਿ ਲੋਕ ਚੁਣੇ ਜਾਣਗੇ, MLA ਉਹ ਆਪਣਾ ਮੁੱਖ ਮੰਤਰੀ ਚੁਣ ਲੈਣਗੇ। ਬਿਲਕੁਲ ਬਿਲਕੁਲ। ਪਰ ਇਹ ਜੇ 15 ਲੱਖ ਵਾਲੀ ਗੱਲ ਨੂੰ ਜਾਂ 5 ਲੱਖ ਵਾਲੀ ਗੱਲ ਨੂੰ ਅਸੀਂ ਸਹੀ ਮੰਨ ਲਈਏ ਤੇ ਇਹ ਇਹਨਾਂ ਲਈ ਇੱਕ ਜਿਹੜੀ ਆ ਉਹ ਡੇਟਾ ਜ਼ਰੂਰ ਇਕੱਠਾ ਕਰਨ ਦੀ ਗੱਲ ਹੋਵੇਗੀ। ਉਹਨਾਂ ਨੂੰ ਹੁਣ ਉਹ 15-20 ਦਿਨ 25 ਦਿਨ ਮਹੀਨਾ ਹਫ਼ਤਾ ਹੋਰ ਵੱਧ ਗਿਆ 20 ਤਰੀਕ ਤੱਕ ਉਹਦੇ ਤੇ ਚੋਣ ਪ੍ਰਚਾਰ ਤਾਂ ਕਰਦੇ ਰਹਿਣਗੇ। ਡੇਟਾ ਅੱਜ ਦੀ ਡੇਟ ਦੇ ਵਿੱਚ ਬੜੀ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਰੈਲੀਆਂ ਦੇ ਤਾਂ ਰੋਕ ਹਾਲੇ ਲੱਗੀ ਹੋਈ ਆ ਤੇ ਉਹਦੇ ਤੇ ਰੋਕ ਲੱਗਦੀ ਜਿਹੜੀ ਆ ਹਟਦੀ ਵੀ ਜਲਦੀ ਸੰਭਵ ਨਜ਼ਰ ਨਹੀਂ ਆਉਂਦੀ। ਕੁਲਦੀਪ ਜੀ, ਤੁਸੀਂ ਗੱਲ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ, ਤੇ ਉਹ ਬਹੁਤ ਵੱਡਾ ਚਿਹਰਾ ਸੀ ਜੇ 4-5 ਮਹੀਨੇ ਪਿੱਛੇ ਚਲੇ ਜਾਈਏ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਏਗਾ ਤੇ ਬਹੁਤ ਵੱਡਾ ਫੇਰ ਬਦਲ ਕਾਂਗਰਸ 'ਚ ਹੋਵੇਗਾ, ਬਹੁਤ ਸਾਰੇ ਲੋਕ ਮੇਰੇ ਵੱਲ ਸ਼ਾਮਲ ਹੁੰਦੇ ਰਹਿਣਗੇ, ਪੰਜਾਬ ਲੋਕ ਕਾਂਗਰਸ ਜਿਹੜੀ ਆ ਉਹ ਅਸਲ ਕਾਂਗਰਸ ਬਣ ਜਾਵੇਗੀ। ਤੇ ਕੁਛ ਉਹਦੇ ਵਿੱਚ ਬਹੁਤੀ ਸੱਚਾਈ ਨਜ਼ਰ ਨਹੀਂ ਆ ਰਹੀ। ਕੀ ਲੱਗਦਾ ਜੀ ਤੁਹਾਨੂੰ? ਗੱਲ ਇਹ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦੇ ਪੱਖੀ ਵਿਧਾਇਕ ਜਿਹੜੇ ਨੇ, ਜਿਹੜੇ ਉਹਨਾਂ ਨੂੰ ਲੱਗ ਰਹੇ ਸੀ ਜੀ, ਜਾਂ ਘੱਟੋ ਘੱਟ ਉਹ ਸਾਨੂੰ ਦੱਸ ਰਹੇ ਸੀ ਕਿ ਦੇਖੋ ਮੇਰੇ ਨਾਲ ਆਉਣ ਵਾਲੇ ਬੰਦੇ ਬਹੁਤ ਨੇ। ਤੇ ਜੇ ਤੁਹਾਨੂੰ ਯਾਦ ਹੋਵੇ ਤੇ ਇੱਕ ਜਦੋਂ ਉਹਨਾਂ ਨੂੰ ਗੱਦੀਓਂ ਲਾਹਿਆ ਗਿਆ ਤੇ ਕੁਝ ਦਿਨ ਬਾਅਦ ਇੱਕ ਰਾਤਰੀ ਭੋਜ ਜਿਹੜਾ ਸੀ ਰੱਖਿਆ ਗਿਆ ਸੀ ਜੀ। ਰਾਤਰੀ ਭੋਜ ਦੇ ਵੇਲੇ ਰੌਲਾ ਪੈ ਗਿਆ ਸੀ ਕਿ ਜਿੰਨੇ ਵਿਧਾਇਕ 50-60 ਦੱਸੇ ਜਾਂਦੇ ਨੇ ਉੱਥੇ ਤੇ 15-20 ਤੋਂ ਵੱਧ ਹੈ ਹੀ ਨਹੀਂ ਸੀ ਜੀ। ਹੁਣ ਭੋਜਨ ਛਕ ਕੇ ਵਾਪਸ ਆ ਜਾਣਾ ਇੱਕ ਵੱਖਰੀ ਗੱਲ ਹੈ ਜੀ, ਹਾਸਾ ਠੱਠਾ ਕਰਕੇ ਆ ਜਾਣਾ ਉਹ ਇੱਕ ਹੋਰ ਗੱਲ ਹੈ। ਤੇ ਦੂਸਰੀ ਗੱਲ ਇਹ ਹੈ ਕਿ ਉਸ ਵੇਲੇ ਕੈਪਟਨ ਦੇ ਨਾਲ ਖੜੇ ਰਹਿਣਾ ਜਾਂ ਜਿਹਨੇ ਬੁਲਾਇਆ ਉਹਦੇ ਨਾਲ ਸਹਿਮਤ ਹੋਣਾ ਉਹ ਤੀਸਰੀ ਗੱਲ ਹੈ। ਬਿਲਕੁਲ। ਹੁਣ ਨਾਲ ਕੌਣ ਖੜਾ ਹੈ, ਔਖੇ ਵੇਲੇ ਕੌਣ ਖੜਾ, ਔਖੇ ਵੇਲੇ ਕੌਣ ਖੜਿਆ ਜੀ। ਇਹ ਹੁਣ ਦੇਖੋ ਨਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਜੇ ਅਸੀਂ ਮੰਨ ਲਈਏ ਕਿ ਸਭ ਤੋਂ ਕਰੀਬੀ ਬ੍ਰਹਮ ਮਹਿੰਦਰਾ ਸਨ ਜੀ, ਬ੍ਰਹਮ ਮਹਿੰਦਰਾ ਮੰਤਰੀ ਵੀ ਬਣ ਗਏ ਤੇ ਉਹਨਾਂ ਦੇ ਬੇਟੇ ਨੂੰ ਟਿਕਟ ਮਿਲ ਗਈ, ਚਾਹੇ ਬ੍ਰਹਮ ਮਹਿੰਦਰਾ ਨੂੰ ਮਿਲ ਗਈ ਜਾਂ ਉਹਨਾਂ ਦੇ ਬੇਟੇ ਨੂੰ ਮਿਲ ਗਈ, ਇੱਕ ਗੱਲ ਹੈ ਜੀ। ਉਹਨਾਂ ਦੇ ਜਿੰਨੇ ਕੋ ਵਿਧਾਇਕ ਦੱਸਦੇ ਸਨ ਕਿ ਇੱਕ ਵਾਰੀ ਜ਼ਾਬਤਾ ਲੱਗਣ ਦਿਓ, ਚੋਣਾਂ ਦਾ ਐਲਾਨ ਹੋਣ ਦਿਓ, ਫਿਰ ਤੁਹਾਨੂੰ ਆਪਣੀ ਤਾਕਤ ਵਿਖਾ ਦੇਵਾਂ ਕਿ ਸਾਡੇ ਨਾਲ ਕੌਣ ਆ ਤੇ ਕਿੰਨੇ ਨੇ ਜੀ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀ ਸਨ ਤੇ ਜਿਹੜੇ ਕਹਿੰਦੇ ਸੀ ਕਿ ਸਾਡਾ ਇੱਕੋ ਕੈਪਟਨ ਆ, ਜਿਹਨਾਂ ਨੇ ਬੋਰਡ ਲਵਾ ਦਿੱਤੇ ਸੀ ਜੀ, ਕੈਪਟਨ ਅਮਰਿੰਦਰ ਸਿੰਘ ਦੀ ਨਾਲ ਮਜ਼ਬੂਤ ਬਣ ਕੇ ਖੜੇ ਹੋਣ ਦੀ ਜਿਹੜੀ ਗੱਲ ਕਰਦੇ ਸੀ ਜੀ, ਉਹ ਲੱਭ ਵੀ ਨਹੀਂ ਰਹੇ। ਜਿਹੜੇ 86 ਟਿਕਟਾਂ ਹੁਣ ਕਾਂਗਰਸ ਨੇ ਦਿੱਤੀਆਂ ਨੇ ਉਹਨਾਂ ਵਿੱਚੋਂ 60 ਜਿਹੜੇ ਨੇ ਮੌਜੂਦਾ ਵਿਧਾਇਕ ਨੇ। ਬਿਲਕੁਲ। ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਜਿਹੜੀ ਹੈ ਕੈਪਟਨ ਸਾਹਿਬ ਦੇ ਹਮਾਇਤੀਆਂ ਦੀ ਹੈ ਜੀ। ਹੁਣ ਜਿਹੜੇ ਹਮਾਇਤੀਆਂ ਨੇ ਉਹਨਾਂ ਵਿੱਚ ਰਾਣਾ ਗੁਰਜੀਤ ਸਿੰਘ ਵੀ ਨੇ, ਲਾਡੀ ਸ਼ੇਰਵਾਲੀਆ ਵੀ ਸ਼ਾਮਲ ਨੇ, ਹੋਰ ਬਹੁਤ ਨੇ ਜਿਹੜੇ ਖਾਸਮ ਖਾਸ ਸਨ ਉਹਨਾਂ ਵਿੱਚੋਂ ਕੁਛ ਇੱਕ ਦੋ ਰਹਿ ਗਏ ਨੇ, ਬਾਕੀ ਸਾਰਿਆਂ ਨੂੰ ਟਿਕਟਾਂ ਕਾਂਗਰਸ ਨੇ ਦੇ ਦਿੱਤੀਆਂ ਨੇ। ਤੇ ਕਾਂਗਰਸ ਨੇ ਇਹਨਾਂ ਗੱਲਾਂ ਦਾ ਵੀ ਖਿਆਲ ਨਹੀਂ ਰੱਖਿਆ ਕਿ ਦਾਗੀ ਜਾਂ ਜਿਹੜੇ ਕੋਈ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਅਸੀਂ ਟਿਕਟਾਂ ਦੇਣ ਤੋਂ ਕੋਈ ਹਿਚਕਚਾਹਟ ਸ਼ੋਅ ਕਰੀਏ, ਉਹਨਾਂ ਨੇ ਨਹੀਂ ਕੀਤੀ ਹੈ। ਡਟ ਕੇ ਟਿਕਟਾਂ ਜਿਹੜੀਆਂ ਹਨ ਉਹ ਦਿੱਤੀਆਂ ਗਈਆਂ ਨੇ ਜੀ। ਵੱਖਰਾ ਧੜਾ ਤੇ ਵਿਦਆਊਟ ਕੈਪਟਨ ਕਾਂਗਰਸ ਦਾ ਇੱਕ ਜਿਹੜਾ ਭਵਿੱਖ ਲੈ ਕੇ ਉਹਨਾਂ ਨੇ ਫੈਸਲਾ ਲਿਆ। ਤੇ ਹੁਣ ਇਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੋੜ ਸਕਣਗੇ, ਕਿੰਨੇ ਨਾਰਾਜ਼ ਬਾਗੀਆਂ ਨੂੰ ਆਪਣੇ ਨਾਲ ਜੋੜ ਸਕਣਗੇ, ਇਹ ਨਜ਼ਰ ਨਹੀਂ ਆ ਰਿਹਾ। ਜਿਹੜਾ ਆਪਣੀ ਪਾਰਟੀ ਦਾ ਪੰਜਾਬ ਲੋਕ ਕਾਂਗਰਸ ਦਾ ਢਾਂਚਾ ਜਿਹੜਾ ਹੈ ਉਹ ਲੋਕਾਂ ਨੂੰ ਦਿਖਾ ਰਹੇ ਨੇ ਤੇ ਉੱਭਰ ਕੇ ਮੀਡੀਆ ਦੇ ਵਿੱਚ ਸਾਹਮਣੇ ਆ ਰਿਹਾ, ਉਸ ਵਿੱਚ ਕੋਈ ਵੱਡਾ ਨਾਮ ਅਜੇ ਤੱਕ ਨਹੀਂ ਉਹ ਲਿਆ ਸਕੇ ਜੀ। ਸਿਰਫ ਬਜਾਏ ਇਸ ਗੱਲ ਦੇ ਕਿ ਭਾਜਪਾ ਨਾਲ ਜਾਂ ਸੁਖਦੇਵ ਸਿੰਘ ਢੀਂਡਸਾ ਵਾਲਿਆਂ ਦੀ ਕੰਪਨੀ ਨਾਲ, ਪਾਰਟੀ ਨਾਲ ਜਿਹੜਾ ਹੈ ਆਪਣੀ ਸਾਂਝ ਜਿਹੜੀ ਹੈ ਉਹ ਬਣਾ ਕੇ ਉਹਨਾਂ ਨੇ ਅੱਗੇ ਲੈ ਆਏ ਨੇ। ਹੋਰ ਇਸ ਤੋਂ ਵੱਧ ਉਹਨਾਂ ਨੇ ਅਜੇ ਤੱਕ ਕਾਂਗਰਸ ਦੇ ਵਿੱਚ ਕੋਈ ਸੰਨ ਨਹੀਂ ਲਾਈ ਜੀ। ਪਟਿਆਲੇ ਤੋਂ ਜਿਹੜਾ ਹੈ ਉਹਨਾਂ ਦਾ ਵਜੂਦ ਕਿਹੋ ਜਿਹਾ ਹੋਵੇਗਾ, ਜਿਸ ਲਈ ਉਹ ਕਹਿੰਦੇ ਸਨ ਨਵਜੋਤ ਸਿੰਘ ਸਿੱਧੂ ਨੂੰ ਕਿ ਆ ਜਾ ਮੇਰੇ ਮੁਕਾਬਲੇ ਖੜਾ ਹੋ ਕੇ ਦੇਖ, ਜ਼ਮਾਨਤ ਜ਼ਬਤ ਹੋ ਜਾਣੀ ਤੇਰੀ ਜੇ ਸਿੰਘ ਵਾਂਗ। ਤੇ ਉਹ ਮੈਨੂੰ ਲੱਗਦਾ ਨਹੀਂ ਕਿ ਹੁਣ ਉਹ ਹਿੱਕ ਥਾਪੜ ਕੇ ਗੱਲ ਕਰ ਸਕਦੇ ਨੇ ਜੀ। ਜਿੱਤ ਵੀ ਜਾ ਸਕਦੇ ਨੇ, ਹਾਰ ਵੀ ਸਕਦੇ ਨੇ, ਕੁਝ ਵੀ ਹੋ ਸਕਦਾ ਹੈ। ਪਰ ਇਹਨੇ ਦਾਅਵੇ ਨਾਲ, ਜਿਵੇਂ ਪਹਿਲਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕਿਹਾ ਸੀ ਕਿ ਪਟਿਆਲੇ ਤੋਂ ਉੱਠ ਕੇ ਗਏ ਨੇ ਤੇ ਅੰਮ੍ਰਿਤਸਰ ਜਾ ਕੇ
ਜੋ ਕੇਂਦਰ ਦੇ ਵਿੱਚ ਪਤਾ ਸੀ ਸਾਨੂੰ ਕਿ ਜਿਵੇਂ ਲੱਗ ਰਿਹਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ ਜੀ ਤੇ ਉਸ ਦੇ ਵਿੱਚ ਵਿੱਤ ਮੰਤਰੀ ਜਿਹੜੇ ਨੇ ਅਰੁਣ ਜੇਟਲੀ ਹੋ ਸਕਦੇ ਨੇ, ਤੇ ਉਹਨਾਂ ਨੂੰ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਚਾਅ ਨਾਲ ਲਿਆਂਦਾ ਸੀ। ਤੇ ਨਵਜੋਤ ਸਿੰਘ ਸਿੱਧੂ ਵੀ ਉੱਥੋਂ ਇੱਕ ਪਾਸੇ ਹੋ ਗਿਆ ਸੀ, ਆਪਣੀ ਜਿੱਤੀ ਹੋਈ ਸੀਟ ਉਹਨਾਂ ਨੇ ਅਰੁਣ ਜੇਟਲੀ ਵਾਸਤੇ ਖਾਲੀ ਕਰ ਦਿੱਤੀ ਸੀ। ਜੀ ਉਹ ਸਾਰੀਆਂ ਗੱਲਾਂ ਵਿੱਚ ਧਰੀਆਂ ਧਰਾਈਆਂ ਰਹਿ ਗਈਆਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਲੱਖ ਤੋਂ ਵੱਧ ਦੇ ਫਰਕ ਨਾਲ ਹਰਾਇਆ ਸੀ। ਜੀ ਸੋ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਾਂਗਰਸ ਪਾਰਟੀ ਦੁਆਰਾ ਐਲਾਨ ਕੀਤੀਆਂ ਗਈਆਂ ਇਹ ਟਿਕਟਾਂ ਦੀ ਸੂਚੀ ਇੱਕ ਝਟਕੇ ਤੋਂ ਘੱਟ ਨਹੀਂ। ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਨਾਲ ਕੋਈ ਹੋਰ ਖਾਸ ਵਿਧਾਇਕ ਹੁਣ ਆਉਣਗੇ। ਹਾਂ, ਜਿਹੜੇ ਕੁਝ ਨਾਰਾਜ਼ ਨੂਜ਼ ਇੱਕ ਦੋ ਸਨ, ਉਹ ਪਹਿਲੇ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਚੁੱਕੇ ਨੇ। ਬਿਲਕੁਲ, ਤੁਹਾਡੀ ਗੱਲ ਜਿਹੜੀ ਅਖੀਰ 'ਚ ਤੁਸੀਂ ਕਹੀ ਇਹ ਦਰੁਸਤ ਜਾਪਦੀ ਆ ਕਿ ਲੋਕ ਜਾਂ ਲੀਡਰ ਜਿਹੜੇ ਟਿਕਟਾਂ ਤੋਂ ਵਾਂਝੇ ਵੀ ਰਹਿ ਗਏ, ਉਹ ਵੀ ਕੈਪਟਨ ਵਾਲੇ ਪਾਸੇ ਜਾਣ ਦੀ ਬਜਾਏ ਸਿੱਧਾ ਬੀਜੇਪੀ ਵਾਲੇ ਪਾਸੇ ਨੂੰ ਜਾ ਰਹੇ ਨੇ। ਤੇ ਜਿਹੜੀ ਤੁਸੀਂ ਉਹਨਾਂ ਦੇ ਆਪਣੇ ਕੱਦ ਦੀ ਗੱਲ ਕੀਤੀ ਕਿ ਕਦੇ ਉਹਨਾਂ ਨੇ ਅਰੁਣ ਜੇਤਲੀ ਨੂੰ ਹਰਾਇਆ ਸੀ, ਹੁਣ ਉਹ ਆਪਣੀ ਸੀਟ ਜਿੱਤਦੇ ਨੇ ਜਾਂ ਹਾਰਦੇ ਨੇ, ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਇਹ ਆ ਕਿ ਉਹ ਇੱਕ ਵੱਡਾ ਧੜਾ ਪੰਜਾਬ ਦੇ ਵਿੱਚ ਖੜਾ ਕਰਨ ਦੇ ਸਮਰੱਥ ਨਹੀਂ ਜਾਪ ਰਿਹਾ ਅੱਜ ਦੀ ਤਰੀਕ ਵਿੱਚ। ਲੈਂਦੇ ਹਾਂ ਜੀ ਇੱਕ ਹੋਰ ਬ੍ਰੇਕ ਤੇ ਕਰਦੇ ਹਾਂ ਕੁਝ ਹੋਰ ਵਿਚਾਰਾਂ ਤੇ ਚਰਚਾ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਵਕਫੇ ਤੋਂ ਬਾਅਦ। ਕੁਲਦੀਪ ਜੀ, ਅਸੀਂ ਕਾਫੀ ਗੱਲਾਂ ਕੀਤੀਆਂ ਤੇ ਜੇਕਰ ਹੁਣ ਕੈਪਟਨ ਦੀ ਗੱਲ ਵੀ ਕਰਦੇ ਕਰਦੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਨਾ ਕਰੀਏ, ਬਹੁਤ ਹੀ ਪੁਰਾਣੇ, ਬਹੁਤ ਹੀ ਲੰਬੇ ਸਿਆਸਤਦਾਨ ਨੇ, ਲੰਬੀ ਅਵਧੀ ਤੱਕ, ਲੰਬੇ ਸਮੇਂ ਤੱਕ ਉਹਨਾਂ ਨੇ ਸਿਆਸਤ ਕੀਤੀ ਹੈ। ਤੇ ਇਸ ਵਾਰ ਵੀ ਕਿਆਸ ਰਹੀਆਂ ਸਨ ਕਿ ਉਹ ਇਲੈਕਸ਼ਨ ਲੜਨਗੇ ਜਾਂ ਨਹੀਂ ਲੜਨਗੇ। ਹਾਲਾਂਕਿ ਉਹਨਾਂ ਦੀ ਜਿਹੜੀ ਆਪਣੀ ਸੀਟ ਹੈ ਲੰਬੀ, ਉੱਤੇ ਅਕਾਲੀ ਦਲ ਨੇ ਹਾਲੇ ਕੋਈ ਐਲਾਨ ਨਹੀਂ ਕੀਤਾ, ਪਰ ਕੁਝ ਦਿਨਾਂ ਤੋਂ ਐਕਟਿਵ ਜਾਪਦੇ ਨੇ। ਕੀ ਲੱਗਦਾ ਜੀ ਤੁਹਾਨੂੰ? ਪ੍ਰਕਾਸ਼ ਸਿੰਘ ਬਾਦਲ ਪੁਰਾਣੇ ਸਿਆਸਤਦਾਨ ਨੇ ਜੀ। ਮੇਰੇ ਖਿਆਲ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ, ਸਾਡੇ ਵਿੱਚੋਂ ਬਹੁਤਿਆਂ ਦਾ ਜਨਮ ਵੀ ਨਹੀਂ ਸੀ ਹੋਇਆ। ਬਿਲਕੁਲ ਜੀ। ਤੇ ਹੁਣ ਤੱਕ ਉਹ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਮੈਂਬਰਾਂ ਦੇ ਵਿੱਚੋਂ ਇੱਕ ਨੇ। ਜੀ। ਇਉਂ ਵੀ ਆਖ ਲਈਏ ਕਿ ਜਿੰਨੇ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਜਿੰਨੇ ਨਾਮ ਸਨ, ਉਹਨਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਸੀਨੀਅਰ ਤੇ ਸਭ ਤੋਂ ਲੰਬਾ ਸਮਾਂ ਪੰਜਾਬ 'ਤੇ ਰਾਜ ਕਰਨ ਵਾਲੇ ਮੁੱਖ ਮੰਤਰੀ ਬਣੇ। ਹੁਣ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਪਰ ਜੀਵਨ ਦੇ ਜਿਸ ਮੋੜ 'ਤੇ ਨੇ, ਜੀ, ਜਾਂ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਹੈ। ਦੇਖੋ, ਪੰਜਾਬ ਦੇ ਵਿੱਚ ਜਦੋਂ ਹਾਲਾਤ ਖਰਾਬ ਸਨ, ਉਦੋਂ ਵੀ ਚੁਣੌਤੀਆਂ ਸਨ। ਜੀ। ਉਹ ਚੁਣੌਤੀਆਂ ਹੋਰ ਕਿਸਮ ਦੀਆਂ ਸਨ, ਸਭ ਨੂੰ ਸਾਂਝੀਆਂ ਸਨ। ਪਰ ਇਸ ਵੇਲੇ ਜਿਸ ਤਰ੍ਹਾਂ ਦੀਆਂ ਚੁਣੌਤੀਆਂ, ਜਿਸ ਤਰ੍ਹਾਂ ਦੇ ਤੂਫਾਨ ਦੇ ਵਿੱਚੋਂ ਅਕਾਲੀ ਦਲ ਗੁਜ਼ਰ ਰਿਹਾ, ਇਸ ਤਰ੍ਹਾਂ ਦੀ ਉਹਨਾਂ ਨੇ ਕਿਆਸਰਾਈ ਕਦੇ ਕੀਤੀ ਨਹੀਂ ਹੋਵੇਗੀ। ਜੀ। 2017 ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਸੀ ਅਕਾਲੀਆਂ ਦੀ, ਤੇ ਜੋ ਉਹਨਾਂ ਦੇ ਸਪੋਰਟਰ ਵੋਟਰ ਸਨ, ਮਦਦਗਾਰ ਸਨ, ਉਹਨਾਂ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ 10 ਸਾਲ ਦੇ ਇਸ ਲੰਬੇ ਵਕਫੇ ਦੇ ਰਾਜ ਕਰਨ ਤੋਂ ਬਾਅਦ ਅਸੀਂ ਕਿਸੇ ਤੀਸਰੀ ਪਾਰਟੀ ਨੂੰ ਜਾਂ ਦੂਸਰੀ ਨੂੰ ਮੌਕਾ ਵੀ ਪੰਜਾਬ ਵਿੱਚ ਮਿਲ ਸਕੇਗਾ। ਜੀ। ਪਰ ਘਟਨਾਵਾਂ ਨੇ ਇਉਂ ਚੱਕਰ ਖਾਧਾ, ਪਹਿਲਾਂ ਬੇਅਦਬੀ ਕਾਂਡ ਤੇ ਫਿਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਤੇ ਖੇਤੀ ਕਾਨੂੰਨਾਂ ਦੇ ਵਿੱਚ ਜੋ ਬਾਦਲ ਪਰਿਵਾਰ ਵੱਲੋਂ, ਮੈਂ ਅਕਾਲੀ ਦਲ ਵੱਲੋਂ ਨਹੀਂ ਕਹਾਂਗਾ, ਬਾਦਲ ਪਰਿਵਾਰ ਵੱਲੋਂ ਉਹਨਾਂ ਕਾਨੂੰਨਾਂ ਦੀ ਡਟ ਕੇ ਸ਼ੁਰੂ ਦੇ ਦੌਰ ਦੇ ਵਿੱਚ ਪ੍ਰੋੜਤਾ ਕਰਨੀ, ਉਹ ਜਿਹੜੀ ਹੈ ਅਕਾਲੀ ਦਲ ਨੂੰ ਕਾਫੀ ਮਹਿੰਗੀ ਪਈ ਜਾਪਦੀ ਹੈ। ਅੱਜ ਆਪਣੇ ਕੁਝ ਮੁੱਦਿਆਂ ਦੀ ਤਲਾਸ਼ ਦੇ ਵਿੱਚ ਅਕਾਲੀ ਦਲ ਘੁੰਮ ਰਿਹਾ ਤੇ ਇਸ ਤਰ੍ਹਾਂ ਹੇਠਲੇ ਪੱਧਰ ਦੇ ਵਰਕਰਾਂ ਦੇ ਨਾਲ ਸੁਖਬੀਰ ਬਾਦਲ ਇੰਟਰੈਕਟ ਕਰ ਰਹੇ ਨੇ, ਜਿਹੜਾ ਸ਼ਾਇਦ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਵੇਗਾ ਕਿ ਮੈਨੂੰ ਇਸ ਤਰ੍ਹਾਂ ਵੀ ਕਰਨਾ ਪੈ ਸਕਦਾ। ਜੀ। ਬਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨੈਲ ਜਿਹੜੇ ਨੇ, ਉਹਨਾਂ ਨੂੰ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ, ਪਰ ਉਹ ਆਪਣੇ ਕੇਸਾਂ ਦੇ ਵਿੱਚ ਫਸੇ ਹੋਏ ਨੇ। ਇਹਨਾਂ ਕੇਸਾਂ ਦੇ ਵਿੱਚੋਂ ਇੱਕ ਵਾਰ ਉਹ ਨਿਕਲਦੇ ਹੋਏ ਵੇਖੇ ਜਾ ਸਕਦੇ ਸਨ ਜਦੋਂ ਇੱਕ ਵੱਡੇ ਅਖਬਾਰ ਸਮੂਹ ਨੇ ਤੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਤੋਂ ਮਾਫੀ ਮੰਗ ਲਈ ਸੀ। ਜੀ। ਹੁਣ ਅੱਜ ਜਿਸ ਮੋੜ ਤੇ ਖੜੇ ਨੇ, ਉਸ ਮੌਕੇ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ, ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇੱਕ ਉਹਨਾਂ ਦੀ ਇੱਕ ਕਾਲ ਰਿਕਾਰਡਿੰਗ ਜਿਹੜੀ ਹੈ ਸਾਹਮਣੇ ਆਈ ਸੀ। ਜੀ। ਉਸ ਦੇ ਵਿੱਚ ਆਪਣੀ ਹੀ ਪਾਰਟੀ ਦੇ ਇੱਕ ਵਰਕਰ ਨਾਲ, ਵਿਅਕਤੀ ਨਾਲ ਗੱਲਬਾਤ ਕਰ ਰਹੇ ਨੇ ਜੋ ਸੰਭਵ ਹੈ ਕਿ ਉਹਨਾਂ ਤੋਂ ਕਾਫੀ ਛੋਟੀ ਉਮਰ ਦਾ ਸੀ ਜਾਂ ਬੱਚਿਆਂ ਵਰਗਾ ਸੀ। ਜੀ। ਉਸ ਨੂੰ ਕਹਿ ਰਹੇ ਨੇ ਕਿ ਦੇਖੋ ਕਾਕਾ ਜੀ, ਇਹ ਦੇਖੋ ਸਾਡੀ ਮਦਦ ਕਰਨੀ ਹੈ, ਤੁਸੀਂ ਸਾਡੇ ਨਾਲ ਖੜੋ, ਤੁਸੀਂ ਸਾਡੇ ਨਾਲ ਚੱਲੋ, ਮਦਦ ਕਰੋ ਸਾਡੀ, ਸਾਡੀ ਇੱਜ਼ਤ ਦਾ ਸਵਾਲ ਹੈ। ਵਾਰ-ਵਾਰ ਉਹਨਾਂ ਨੂੰ ਕਹਿੰਦੇ ਜ਼ਾਤ ਦਾ ਸਵਾਲ ਹੈ, ਇੱਜ਼ਤ ਦਾ ਸਵਾਲ ਹੈ। ਹੁਣ ਠੀਕ ਹੈ ਗੱਲ, ਪਰ ਇਸ ਤਰ੍ਹਾਂ
ਇੱਕ ਵੱਡੇ ਰਾਜਨੀਤਿਕ ਘਰਾਣੇ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਹੈ ਉਹ ਇਸ ਤਰ੍ਹਾਂ ਕਿਸੇ ਦੀਆਂ ਲਿਲੜੀਆਂ ਕੱਢਦੇ ਹੋਏ ਵੇਖਿਆ ਜਾਵੇ ਕਿ ਵੋਟਾਂ ਲੈਣ ਖਾਤਰ ਕਿ ਕਿਵੇਂ ਉਹ ਕਿਸ ਤਰ੍ਹਾਂ ਦੀ ਮਦਦ ਉਡੀਕ ਰਹੇ ਸਨ, ਤੇ ਅੱਗੋਂ ਉਹ ਵਿਅਕਤੀ ਬਾਰ-ਬਾਰ ਕਹਿ ਰਿਹਾ ਸੀ, ਦੇਖੋ ਜੀ ਅਸੀਂ ਤੇ ਪਹਿਲਾਂ ਤੁਹਾਡੀ ਮਦਦ ਕੀਤੀ ਸੀ, ਤੁਸੀਂ ਸਾਡੀ ਬਾਤ ਨਹੀਂ ਪੁੱਛੀ, ਉਹ ਦੱਸੋ ਕਾਕਾ ਜੀ ਕਿਹੜਾ ਕੰਮ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਨੇ ਸੁਣੀਆਂ ਵੇਖੀਆਂ। ਅੱਜ ਵੀ ਕੋਈ ਹਾਲਾਤ ਬਹੁਤ ਜ਼ਿਆਦਾ ਵੱਖਰੇ ਨਹੀਂ ਜਾਪ ਰਿਹਾ ਜੇ ਪ੍ਰਕਾਸ਼ ਸਿੰਘ ਬਾਦਲ ਦੀ ਚੜ੍ਹਾਈ ਦੀ ਅਸੀਂ ਗੱਲ ਕਰੀਏ। ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਉਹਨਾਂ ਨੇ ਸ਼ਾਇਦ ਹੀ ਕਿਤੇ ਲੜੀਆਂ ਹੋਣ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ। ਹਾਂ, ਖਿਲਰ ਪਸਰ ਗਿਆ ਅਕਾਲੀ ਦਲ, ਫਿਰ ਉਸ ਨੂੰ ਕਤਰ ਕੀਤਾ, ਹੋ ਗਿਆ, ਹਾਲਾਤ ਬਦਲੇ, ਪੰਜਾਬ 'ਚ ਸਭ ਕੁਝ ਹੋਇਆ, ਪਰ ਹੁਣ ਜਿਹੜੀ ਚੈਲੰਜਸ ਦਾ ਸਾਹਮਣਾ ਹੈ ਪ੍ਰਕਾਸ਼ ਸਿੰਘ ਬਾਦਲ ਲਈ ਔਖਾ। ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ, ਚੋਣ ਕੰਪੇਨ ਉਹਨਾਂ ਨੇ ਸ਼ੁਰੂ ਕਰਤੀ ਹੈ। ਉਹ ਵਡੇਰੀ ਉਮਰ ਦੇ ਨੇ, ਪਰ ਉਹਨਾਂ ਨੇ ਗੱਡੀ ਦੇ ਵਿੱਚ ਹੀ ਬੈਠ ਕੇ ਲੋਕਾਂ ਨੂੰ ਮਿਲਣ ਦਾ ਕੰਮ ਸ਼ੁਰੂ ਕੀਤਾ ਹੈ। ਨਾਲ ਦੀ ਨਾਲ ਹਰਿਆਣੇ ਦੇ ਵਿੱਚੋਂ ਚਟਾਲਾ ਪਰਿਵਾਰ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆਈਆਂ ਨੇ ਕਿ ਉਹ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਨੂੰ ਸਰਗਰਮ ਕਰਨ ਦਾ ਯਤਨ ਕੀਤਾ। ਹੁਣ ਪ੍ਰਕਾਸ਼ ਸਿੰਘ ਬਾਦਲ ਬਾਹਰ ਨਿਕਲੇ ਨੇ, ਮੈਨੂੰ ਲੱਗਦਾ ਹੈ ਕਿ ਲੰਬੀ ਤੋਂ ਸੀਟ ਉਹਨਾਂ ਦੇ ਨਾਂ ਦੀ ਹੀ ਅਨਾਉਂਸ ਹੋਵੇਗੀ ਜੀ। ਜੇ ਕਿਸੇ ਹੋਰ ਦੇ ਨਾਂ ਦੀ ਕਰ ਦਿੱਤੀ ਜਾਂਦੀ ਹੈ ਤਾਂ ਅਕਾਲੀ ਦਲ ਵਾਸਤੇ ਇੱਕ ਝਟਕਾ ਹੋਵੇਗਾ ਜੀ। ਜਿਵੇਂ ਵੀ ਉਹਨਾਂ ਦੀ ਸਿਹਤ ਹੈ, ਜੋ ਵੀ ਹੈ, ਮੇਰਾ ਖਿਆਲ ਹੈ ਕਿ ਨਾਮ ਉਹਨਾਂ ਦਾ ਅਨਾਉਂਸ ਹੋਵੇਗਾ। ਪਰ ਪ੍ਰਕਾਸ਼ ਸਿੰਘ ਬਾਦਲ ਥੋੜ੍ਹਾ ਜਿਹਾ ਸਰਗਰਮ ਹੋਏ ਨੇ ਆਪਣੇ ਲਾਗੇ ਖੇਤਰ ਦੇ ਵਿੱਚ, ਪਰ ਪਹਿਲਾਂ ਵਾਲੀ ਗੱਲ ਸ਼ਾਇਦ ਉਹ ਸਾਨੂੰ ਵੇਖਣ ਨੂੰ ਨਾ ਮਿਲੇ। ਕਿਹਾ ਜਾ ਰਿਹਾ ਜੀ ਕਿ 15-20 ਦਿਨਾਂ ਦੇ ਵਿੱਚ ਉਹਨਾਂ ਨੇ ਕੋਈ 60-65 ਪਿੰਡ ਜਿਹੜੇ ਨੇ ਉਹ ਆਪਣੇ ਹਲਕੇ ਦੇ ਗਾਹ ਲਏ ਨੇ। ਤੁਸੀਂ ਉਮਰ ਦੀ ਗੱਲ ਕੀਤੀ ਤੇ ਮੈਨੂੰ ਯਾਦ ਆਇਆ, ਰਾਹੁਲ ਗਾਂਧੀ ਨੇ ਬੜੀ ਕੋਸ਼ਿਸ਼ ਕੀਤੀ ਸੀ ਕਾਂਗਰਸ ਦੇ ਵਿੱਚ ਇੱਕ ਨਵਾਂ ਕਲਚਰ ਲਿਆਉਣ ਦੀ, ਤੇ ਪਾਰਟੀ ਦੇ ਪੱਧਰ ਦੇ ਉੱਤੇ ਹੀ ਪਾਰਟੀ ਦੇ ਸੰਵਿਧਾਨ ਵਿੱਚ ਕੁਝ ਤਬਦੀਲੀਆਂ ਕਰਕੇ ਤੇ ਰਿਟਾਇਰਮੈਂਟ ਦੀ ਉਮਰ ਨੂੰ ਫਿਕਸ ਕਰਨ ਦੀ ਜਿਸ ਤਰੀਕੇ ਦੇ ਨਾਲ ਕੋਸ਼ਿਸ਼ ਕੁਝ ਨਰਿੰਦਰ ਮੋਦੀ ਜੀ ਨੇ ਵੀ ਕੀਤੀ ਸੀ। ਕੁਝ ਵੈਟਰਨਸ ਨੂੰ ਰਿਟਾਇਰ ਕਰ ਦਿੱਤਾ ਤੇ ਉਹਨਾਂ ਨੂੰ ਪੈਟਰਨ ਦੇ ਵਿੱਚ ਜਾਂ ਸੀਨੀਅਰ ਇੱਕ ਦਫ਼ਤਰ ਬਣਾ ਕੇ ਉੱਥੇ ਬਿਠਾ ਕੇ ਤੇ ਉਹਨਾਂ ਤੋਂ ਸਲਾਹਾਂ ਲੈਣ ਦਾ ਸਲਾਹਕਾਰ ਮੰਡਲ ਬਣਾ ਲਿਆ ਸੀ। ਜਿਵੇਂ ਦਾ ਬੀਜੇਪੀ ਦੇ ਕੋਲ ਇੱਕ ਪਿਛਲੇ ਪਾਸੇ ਮੰਚ ਵੀ ਹੈ RSS, ਜਿਹਦੇ ਅਧੀਨ ਉਹ ਬਹੁਤ ਸਾਰੇ ਕੰਮ ਕਰਦੇ ਨੇ, ਪਰ ਉਹ ਸਾਰੀਆਂ ਚੀਜ਼ਾਂ ਕਾਂਗਰਸ ਵਿੱਚ ਕਿਤੇ ਨਜ਼ਰ ਆਈਆਂ ਨਹੀਂ। ਜੇ ਅਸੀਂ ਅਗਲੇ ਸਵਾਲ ਦੀ ਗੱਲ ਕਰੀਏ, ਕਾਂਗਰਸ ਦੀ ਹੀ ਗੱਲ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਬਣ ਕੇ ਡਟੇ ਹੋਏ ਨੇ, ਅੜੇ ਵੀ ਹੋਏ ਨੇ ਹਾਈ ਕਮਾਂਡ ਦੇ ਨਾਲ ਵੀ, ਪਰ ਉਸ ਤੋਂ ਵੀ ਅੱਜ ਇੱਕ ਵੱਖਰੀ ਉਹਨਾਂ ਨੇ ਗੱਲ ਕੀਤੀ। ਇੱਕ ਦੁਨੀਆ ਦੇ ਬਹੁਤ ਵੱਡੇ ਨਿਵੇਸ਼ਕ ਵੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ, ਇਨਵੈਂਟਰ ਵੀ ਕਹਿ ਸਕਦੇ ਆ, ਐਲਨ ਮਸਕ ਨੂੰ ਉਹਨਾਂ ਨੇ ਸੱਦਾ ਦਿੱਤਾ, ਜਿਨ੍ਹਾਂ ਦਾ SpaceX ਪ੍ਰੋਗਰਾਮ ਹੈ ਜਾਂ ਟੈਸਲਾ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜੇ ਹੋਏ ਨੇ ਐਲਨ ਮਸਕ। ਕੀ ਕਹਿੰਦੇ ਨੇ ਸਿੱਧੂ ਸਾਹਿਬ ਤੇ ਕੀ ਹੋਵੇਗੀ ਇਸ ਗੱਲ ਦੀ ਚਰਚਾ? ਗੱਲ ਇਹ ਹੈ ਜੀ ਕਿ ਇਹ ਪੰਜਾਬ ਦੇ ਵਿੱਚ ਆਮ ਤੌਰ 'ਤੇ ਜਦੋਂ ਅਸੀਂ ਕਿਤੇ ਬੈਠਦੇ ਹਾਂ ਤਾਂ ਅਸੀਂ ਇਹ ਗੱਲ ਆਖ ਦਿੰਦੇ ਹਾਂ ਕਿ ਪੰਜਾਬ ਵਿੱਚ ਕੋਈ ਸਨਅਤ ਨਹੀਂ ਹੈ, ਇੱਥੇ ਕਿਹੜੀ ਇੰਡਸਟਰੀ ਹੈ, ਫਲਾਣੇ ਸੂਬੇ ਵਿੱਚ ਸਾਰੀ ਇੰਡਸਟਰੀ ਹੈ, ਫਲਾਣੇ ਵਿੱਚ ਸਭ ਕੁਝ ਹੈ। ਜੇ ਅਸੀਂ ਬਾਰ-ਬਾਰ ਮਾਹਿਰਾਂ ਦੀ ਗੱਲ ਨੂੰ ਸੁਣੀਏ, ਪੜ੍ਹੀਏ ਤੇ ਵੇਖੀਏ ਤੇ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਨਅਤ ਜ਼ਰੂਰੀ ਹੈ ਰੁਜ਼ਗਾਰ ਵਾਸਤੇ ਤੇ ਅਗਾਂਹ ਵਧਣ ਵਾਸਤੇ ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ। ਸਭ ਤੋਂ ਵੱਡੀ ਇੰਡਸਟਰੀ ਦੁਨੀਆ ਦੇ ਵਿੱਚ ਫੂਡ ਇੰਡਸਟਰੀ ਮੰਨੀ ਜਾਂਦੀ ਹੈ ਜੀ। ਕੋਈ ਸਮਾਂ ਸੀ ਜਦੋਂ ਭਾਰਤੀ ਲੋਕ, ਪਿੰਡਾਂ ਦੇ ਲੋਕ ਜਿਹੜੇ ਸੀ, ਆਪਣੇ ਘਰ ਦੇ ਵਿੱਚ ਹੀ ਰਹਿ ਕੇ ਘਰ ਦੀ ਚੀਜ਼ ਨੂੰ ਹੀ ਖਾਣ, ਉਸ ਨੂੰ ਬਣਾਉਣ ਦੇ ਵਿੱਚ ਤੇ ਉਸ ਨੂੰ ਹੰਡਾਉਣ ਦੇ ਵਿੱਚ ਜਾਂ ਉਸ ਨੂੰ ਖਾਣ ਪਚਾਉਣ ਦੇ ਵਿੱਚ ਸਹੀ ਸਮਝਦੇ ਸੀ ਜੀ। ਸਮਾਂ ਬਦਲਿਆ, ਹੁਣ ਦੇਖੋ ਪੈਲਸਾਂ ਦੇ ਵਿੱਚ ਵਿਆਹ ਹੁੰਦੇ ਨੇ, ਜਿੰਨਾ ਫੂਡ ਖਾਧਾ ਜਾਂਦਾ ਹੈ ਤਕਰੀਬਨ ਉਸ ਤੋਂ ਥੋੜ੍ਹਾ ਬਹੁਤਾ ਘੱਟ ਜਿਹੜਾ ਵੇਸਟ ਕੀਤਾ ਜਾਂਦਾ ਹੈ। ਬਿਲਕੁਲ ਦੁਨੀਆ ਦੇ ਵਿੱਚ ਜਿੰਨੇ ਰੈਸਟੋਰੈਂਟ ਇਸ ਵੇਲੇ ਨੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਏ ਜੀ। ਭਾਰਤ ਦੇ ਵਿੱਚ ਦਿਨ ਬ ਦਿਨ ਛੋਟੇ-ਛੋਟੇ ਅੱਡਿਆਂ ਦੇ ਵਿੱਚ ਵੀ, ਛੋਟੇ ਸ਼ਹਿਰਾਂ ਦੇ ਵਿੱਚ ਵੀ ਰੈਸਟੋਰੈਂਟਾਂ ਦੀ ਭਰਮਾਰ ਹੈ। ਥਾਂ-ਥਾਂ 'ਤੇ ਖਾਣ ਵਾਲੀਆਂ ਵਸਤਾਂ ਦੇ ਅੰਬਾਰ ਲੱਗੇ ਹੋਏ ਨੇ, ਢੇਰ ਲੱਗੇ ਹੋਏ ਨੇ, ਪਰਮਾਨੈਂਟ ਸਟੋਰ ਇਹਨਾਂ ਚੀਜ਼ਾਂ ਦੇ ਖੁੱਲ੍ਹ ਗਏ ਨੇ। ਇੰਨੀਆਂ ਬੇਕਰੀਜ਼ ਕਦੇ ਨਹੀਂ ਸੀ ਖੁੱਲ੍ਹੀਆਂ ਜਿੰਨੀਆਂ ਹੁਣ ਖੁੱਲ੍ਹ ਰਹੀਆਂ ਨੇ। ਲੋਕ ਜਾਣ ਰਹੇ ਨੇ, ਟੇਸਟ ਦੇਖਣਾ ਚਾਹੁੰਦੇ ਨੇ, ਵੱਖ-ਵੱਖ ਤਰੀਕਿਆਂ ਦਾ ਆਨੰਦ ਲੈਣਾ ਚਾਹੁੰਦੇ ਨੇ। ਉਹਨਾਂ ਵਿੱਚੋਂ ਇੱਕ ਆਊਟਿੰਗ ਦਾ ਇੱਕ ਮਸਲਾ ਜਿਹੜਾ ਹੈ ਉਹ ਖਾਣ ਪੀਣ ਨਾਲ ਸੰਬੰਧਿਤ ਹੈ। ਇਹ ਸਨਅਤ ਸੈਰ ਸਪਾਟੇ ਵਾਲੀ ਵੀ ਤੇ ਖਾਣ ਪੀਣ ਵਾਲੀ ਵੀ ਦੋਨੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੀਆਂ ਨੇ ਜੀ। ਮੇਰਾ ਸਵਾਲ ਇਹ ਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਅਨਾਜ ਦੇ ਹਰ ਇੱਕ ਦਾਣੇ ਤੋਂ ਲੈ ਕੇ ਫਰੂਟ, ਇਸ ਦੇ ਨਾਲ ਗੰਨਾ ਹੈ, ਹੋਰ ਸਬਜ਼ੀਆਂ, ਪਤਾ ਨਹੀਂ ਕਿਹੜੀ ਸਬਜ਼ੀ ਹੈ, ਕੀ ਕਿਸਮ ਦੇ ਦਰਖਤ ਵੀ ਇੱਥੇ ਹੁੰਦੇ ਨੇ, ਕੀ ਹੋ ਸਕਦਾ ਹੈ, ਕਿੰਨੀ ਕਿਸਮ ਦੇ ਫੁੱਲ ਹੋ ਸਕਦੇ ਨੇ, ਛੋਟੀਆਂ ਚੀਜ਼ਾਂ ਔਰ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਹੁਣ ਖਾਣੇ ਦੇ ਵਿੱਚ ਸਾਡੇ ਜੁੜ ਗਈਆਂ ਨੇ, ਜੋ ਪਹਿਲਾਂ ਨਹੀਂ ਕਦੇ ਹੋਇਆ ਕਰਦੀਆਂ ਸੀ, ਉਹ ਵੀ ਇੱਥੇ ਪੈਦਾ ਹੋਣ ਲੱਗੀਆਂ ਨੇ ਜੀ। ਕਿ ਇਸ ਸਭ ਦੇ ਹੁੰਦਿਆਂ ਸਾਨੂੰ ਅੱਜ ਵੀ ਉਸ ਇੰਡਸਟਰੀ ਦੀ ਲੋੜ ਹੈ ਜਿਸ ਨੇ ਗੰਦਾ ਪਾਣੀ ਸਾਡੇ ਦਰਿਆਵਾਂ ਦੇ ਵਿੱਚ ਸੁੱਟਣਾ ਹੈ
ਤੇ ਗੰਦਾ ਪਾਣੀ ਜਿਹੜਾ ਹੈ ਸਾਡਾ ਕਰ ਦੇਣਾ ਤੇ ਸਾਫ਼ ਪਾਣੀ ਸਾਡਾ ਮਣਾ ਮੋਹੀ ਵਰਤ ਕੇ ਜਿਹੜਾ ਹੈ ਸਾਨੂੰ ਉਸ ਵਿੱਚੋਂ ਕੁਝ ਦੇਣਾ ਨਹੀਂ। ਰੁਜ਼ਗਾਰ ਪਤਾ ਨਹੀਂ ਸਾਡੇ ਬੱਚਿਆਂ ਨੂੰ ਦੇਣਾ ਕਿ ਨਹੀਂ ਦੇਣਾ, ਪਰ ਸਾਡੀ ਹਵਾ ਨੂੰ ਗੰਦਿਆ ਕਰ ਦੇਣਾ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲਨ ਮਸਕ ਨੂੰ ਸਿੱਧੂ ਵੱਲੋਂ ਸੱਦਾ ਦੇਣਾ ਮੈਨੂੰ ਇੱਕ ਸ਼ੋਸ਼ੇ ਤੋਂ ਬਾਅਦ ਕੁਝ ਨਹੀਂ ਜਾਪਦਾ ਜੀ। ਜਿਸ ਲੁਧਿਆਣੇ ਦੀ ਉਹ ਗੱਲ ਕਰ ਰਹੇ ਨੇ, ਲੁਧਿਆਣੇ ਨੂੰ ਅਸੀਂ ਰਹਿਣ ਯੋਗ ਬਣਾਉਣਾ ਹੈ ਕਿ ਇੱਕ ਸਨਅਤੀ ਸ਼ਹਿਰ ਬਣਾਉਣਾ ਹੈ। ਪਹਿਲਾਂ ਉੱਥੇ ਇੰਨੀਆਂ ਸਨਅਤਾਂ ਲੱਗੀਆਂ ਹੋਈਆਂ ਨੇ ਜੋ ਪਹਿਲਾਂ ਨੋਟਬੰਦੀ ਕਰਕੇ ਤੇ ਮੁੜ ਕੇ ਕੋਵਿਡ ਦੀ ਮਾਰ ਨਾ ਝੱਲਦੇ ਹੋਏ ਛੋਟੀਆਂ ਸਨਅਤਾਂ ਬੰਦ ਹੋ ਗਈਆਂ ਨੇ ਜੀ। ਟੈਸਲਾ ਨੂੰ ਲਿਆ ਕੇ ਐਲਨ ਮਸਕ ਦੀਆਂ ਇੰਡਸਟਰੀਆਂ ਤੁਸੀਂ ਲਵਾ ਕੇ ਕਿੰਨੇ ਕੁ ਨੂੰ ਰੁਜ਼ਗਾਰ ਦੇਣਾ ਚਾਹੋਗੇ ਜੀ? ਜਿੰਨੀ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਲੱਗੀ ਸੀ, ਮਲਟੀਨੈਸ਼ਨਲ ਨੇ ਲਾਈ ਸੀ, ਉਸ ਵਿੱਚੋਂ ਕਿੰਨਿਆਂ ਨੂੰ ਰੁਜ਼ਗਾਰ ਮਿਲਿਆ ਤੇ ਸਾਨੂੰ ਉਸ ਦਾ ਕਿੰਨਾ ਫਾਇਦਾ ਡਾਇਰੈਕਟਲੀ ਹੋਇਆ ਜੀ? ਇਸ ਦਾ ਜਵਾਬ ਹੈ ਕਿਸੇ ਕੋਲ? ਪੰਜਾਬ ਦੇ ਵਿੱਚ ਬੈਵਰੇਜਸ ਬਣਾਉਣ ਵਾਲੀਆਂ ਕੰਪਨੀਆਂ ਨੇ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਾਏ, 100 ਸਾਲ ਦਾ ਠੇਕਾ ਕੀਤਾ ਹੋਇਆ ਸੀ, 2 ਸਾਲਾਂ ਦੇ ਵਿੱਚ ਬੰਦ ਕਰਕੇ ਅਗਲੇ ਉਹ ਹੋ ਗਿਆ ਕਿ ਸਾਨੂੰ ਘਾਟਾ ਪੈ ਰਿਹਾ, ਅਸੀਂ ਨਹੀਂ ਚਲਾਉਣੇ ਜੀ। ਸਰਕਾਰਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੀਆਂ। ਸਰਕਾਰ ਦੀਆਂ ਕੋਆਪਰੇਟਿਵ ਸ਼ੂਗਰ ਮਿੱਲਾਂ ਸਿੱਖ ਯੂਨਿਟ ਨੇ ਬਿਮਾਰ ਪਏ ਨੇ, ਉਹਨਾਂ ਤੋਂ ਆਪਣੇ ਕਰਜ਼ੇ ਦੀ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਹ ਨਾ ਬਿਜਲੀ ਪੈਦਾ ਕਰ ਰਹੇ ਨੇ ਨਾ ਸ਼ਰਾਬ ਪੈਦਾ ਕਰ ਰਹੇ ਨੇ, ਜਦਕਿ ਪ੍ਰਾਈਵੇਟ ਦੇ ਵਿੱਚ ਸਭ ਕੁਝ ਹੋ ਰਿਹਾ ਜੀ। ਇਸੇ ਤਰ੍ਹਾਂ ਮੋਗੇ ਸ਼ਹਿਰ ਦੇ ਵਿੱਚ ਇੱਕ ਵੱਡੀ ਮਲਟੀਨੈਸ਼ਨਲ ਕੰਪਨੀ ਨੇ ਪਲਾਂਟ ਲਾਇਆ ਹੋਇਆ ਸੀ ਦੁੱਧ ਨੂੰ ਪ੍ਰੋਸੈਸ ਕਰਨ ਦਾ। ਨੈਸਲੇ ਦੀ ਮੈਂ ਗੱਲ ਕਰ ਰਿਹਾ ਜੀ। ਨੈਸਲੇ ਵਾਲਿਆਂ ਤੇ ਜਦੋਂ ਬਾਬਾ ਰਾਮਦੇਵ ਨੇ ਰੌਲਾ ਪਾ ਕੇ ਪ੍ਰਚਾਰ ਕੀਤਾ ਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਸੀ ਉਹਨਾਂ ਨੂੰ ਭੰਡਿਆ ਤੇ ਬਾਅਦ ਵਿੱਚੋਂ ਕੁਝ ਵੀ ਨਾ ਨਿਕਲਿਆ। ਅੱਜ ਪੰਜਾਬ ਦੇ ਵਿੱਚ ਵੇਰਕਾ ਖਤਮ ਹੋ ਰਿਹਾ ਹੈ, ਨੈਸਲੇ ਥੱਲੇ ਨੂੰ ਜਾ ਰਿਹਾ ਹੈ, ਪਰ ਅਮੂਲ ਗੁਜਰਾਤ ਤੋਂ ਆ ਕੇ ਪੰਜਾਬ ਦੇ ਵਿੱਚ ਬੈਠ ਗਿਆ। 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ। ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਜਵਾਬ ਦੇਣਗੇ ਕਿ ਵੇਰਕਾ ਨੇ ਉਨੀ ਤਰੱਕੀ ਕੀਤੀ ਹੈ ਕਿ ਅਮੂਲ ਨੇ ਕੀਤੀ ਹੈ, ਕਿ ਨੈਸਲੇ ਕਿੱਥੇ ਗਿਆ ਜਿਹਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਉਸ ਦੇ ਨਾਲ ਜੁੜੇ ਹੋਏ ਲੋਕ ਕਿੰਨੇ ਸਨ ਜਿਹੜੇ ਦੁੱਧ ਪੈਦਾ ਕਰਕੇ ਉਸ ਕੰਪਨੀ ਨੂੰ ਦਿੰਦੇ ਸੀ ਤੇ ਕੰਪੀਟੀਸ਼ਨ ਦੇ ਵਿੱਚ ਦੁੱਧ ਖਰੀਦਿਆ ਜਾਂਦਾ ਸੀ। ਦੁੱਧ ਖਰੀਦਣ ਵਾਲੀਆਂ ਅੱਜ 2.5 ਕੰਪਨੀਆਂ ਰਹਿ ਗਈਆਂ ਨੇ ਜਿਹੜੀਆਂ ਆਪਣੀ ਮਰਜ਼ੀ ਨਾਲ ਖਰੀਦ ਰਹੀਆਂ ਨੇ ਤੇ ਉਹ ਮਰਜ਼ੀ ਦਾ ਕਿਸਾਨਾਂ ਨੂੰ ਉਹਨਾਂ ਦਾ ਫਾਰਮਰਾਂ ਨੂੰ ਜਿਹੜਾ ਰੇਟ ਹੈ ਉਹ ਨਹੀਂ ਦੇ ਰਹੀਆਂ। ਫਿਰ ਸਾਡੇ ਕੋਲ ਕਾਰਾਂ ਦੀਆਂ ਫੈਕਟਰੀਆਂ ਲਿਆਉਣ ਦਾ ਕੀ ਮਤਲਬ ਹੈ ਜੀ? ਪਹਿਲਾਂ ਸਾਈਕਲ ਇੰਡਸਟਰੀ ਹੈ, ਆਟੋਮੋਬਾਈਲ ਇੰਡਸਟਰੀ ਹੈ, ਹੋਰ 20 ਤਰ੍ਹਾਂ ਦੀਆਂ ਇੰਡਸਟਰੀਜ਼ ਨੇ ਪੰਜਾਬ ਵਿੱਚ ਲੱਗੀਆਂ ਹੋਈਆਂ ਨੇ। ਉਹਨਾਂ ਵੱਲ ਤੇ ਨਿਗਾਹ ਮਾਰ ਲਓ, ਉਹਨਾਂ ਵਿੱਚ ਕਿੰਨੇ ਰੁਜ਼ਗਾਰ ਦੇ ਵਸੀਲੇ ਪੈਦਾ ਹੋ ਸਕਦੇ ਨੇ। ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਫੂਡ ਪੈਦਾ ਹੋ ਸਕਦਾ ਹੈ। ਇੱਥੋਂ ਕਿਉਂ ਨਹੀਂ ਐਕਸਪੋਰਟ ਹੋ ਰਿਹਾ? ਸਾਡੇ ਬਾਰਡਰ ਕਿਉਂ ਨਹੀਂ ਖੁੱਲ ਰਿਹਾ? ਪੰਜਾਬ ਦਾ ਪਾਣੀ ਅਜਾਈ ਜਾ ਰਿਹਾ, ਸਾਡੀਆਂ ਨਹਿਰਾਂ ਸਹੀ ਨਹੀਂ ਤੇ ਰੁਜ਼ਗਾਰ ਦੇ ਮੌਕੇ ਤੇ ਇੱਥੇ ਰੁਜ਼ਗਾਰ ਪੈਦਾ ਕਰਨ ਵਾਸਤੇ ਤੇ ਅਸੀਂ ਇੰਡਸਟਰੀ ਨੂੰ ਬਾਹਰੋਂ ਬੁਲਾ ਲਿਆ। ਇਹ ਕਿਹਨੂੰ ਦੱਸ ਰਿਹਾ ਪਏ ਐਲਨ ਮਸਕ ਨੂੰ ਮੈਂ ਸੱਦਾ ਦੇ ਰਿਹਾ? ਉਹ ਕੌਣ ਸੁਣਦਾ ਹੈ ਭਾਈ? ਠੀਕ ਹੈ, ਕੱਲ੍ਹ ਨੂੰ ਆ ਵੀ ਜਾਵੇ, ਕੀ ਗਰੰਟੀ ਹੈ ਕਿ 50,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ? ਜਿੱਥੇ ਫੋਰਡ ਕੰਪਨੀ ਦਾ ਪਲਾਂਟ ਲੱਗਾ ਸੀ, ਫੋਰਡ ਕੰਪਨੀ ਬਹੁਤ ਵੱਡੀ ਕੰਪਨੀ ਹੈ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਪਲਾਂਟ ਨੇ, ਕਾਰਾਂ ਵਿਕਦੀਆਂ ਨੇ, ਡੀਲਰਸ਼ਿਪ ਵਿਕਦੀਆਂ ਨੇ। ਉਹ ਉੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਹਾਲਾਂਕਿ ਡੀਲਰਸ਼ਿਪ ਵੀ ਦਿੱਤੀਆਂ ਹੋਣਗੀਆਂ, ਜਿੱਥੇ ਉਹਨਾਂ ਦੇ ਪਲਾਂਟ ਲੱਗੇ ਸੀ ਔਰ ਉਹ ਫੋਰਡ ਨੇ ਜਿੰਦੇ ਲਾ ਦਿੱਤੇ ਰਾਤੋਂ ਰਾਤ, ਉਹ ਸਾਰੇ ਬੇਰੁਜ਼ਗਾਰ ਹੋ ਗਏ। ਸਰਕਾਰ ਕੋਲ ਕੀ ਗਰੰਟੀ ਹੈ ਉਹਨਾਂ ਨੂੰ ਲੋਕਾਂ ਨੂੰ ਬਚਾਉਣ ਦੀ? ਇਹਦਾ ਮਤਲਬ ਇਹ ਹੈ ਕਿ ਇੱਕ ਵੱਡਾ ਮਗਰਮੱਛ ਲਿਆਉਣ ਦੇ ਨਾਲੋਂ ਛੋਟੀ ਇੰਡਸਟਰੀ ਨੂੰ ਡਿਵੈਲਪ ਕੀਤਾ ਜਾਵੇ, ਉਹਨਾਂ ਤੋਂ ਟੈਕਸ ਵੀ ਲਿਆ ਜਾਵੇ, ਉੱਥੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਹੋਣ ਤੇ ਉਹਨਾਂ ਤੇ ਨਿਗਰਾਨੀ ਵੀ ਰੱਖੀ ਜਾ ਸਕੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ ਤੇ ਭਾਂਤ ਦਾ ਰੁਜ਼ਗਾਰ ਮਿਲੇ। ਇਹ ਨਾ ਹੋਵੇ ਕਿ ਇੱਕ ਫੋਰਡ ਕੰਪਨੀ ਬੰਦ ਹੋ ਗਈ ਹੈ ਤੇ ਇਸ ਦੇ ਨਾਲ 40,000 ਜਾਂ 50,000 ਨੌਜਵਾਨ ਜਾਂ ਲੜਕੇ ਲੜਕੀਆਂ ਜਿੰਨੇ ਹਨ ਜਿਹੜੇ ਕੰਮ ਕਰ ਰਹੇ ਸੀ ਰਾਤੋਂ ਰਾਤ ਬੇਰੁਜ਼ਗਾਰ ਹੋ ਜਾਣ। ਇਹੋ ਜਿਹੇ ਵੱਡੇ ਮਗਰਮੱਛ ਸਾਨੂੰ ਲਿਆਉਣ ਦੀ ਲੋੜ ਨਹੀਂ ਹੈ। ਨਵਜੋਤ ਸਿੰਘ ਸਿੱਧੂ ਇਹ ਗੱਲ ਸਿਰਫ ਸ਼ੋਸ਼ੇਬਾਜ਼ੀ ਦੇ ਤੌਰ ਤੇ ਕਰ ਰਹੇ ਨੇ। ਬਿਲਕੁਲ ਠੀਕ ਹੈ ਜੀ। ਤੁਸੀਂ ਫੋਰਡ ਦੀ ਗੱਲ ਕੀਤੀ, GM ਵੀ ਉਹਦੇ ਵਿੱਚ ਸ਼ਾਮਲ ਹੈ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਹਨ ਜਿਹੜੀਆਂ ਹਿੰਦੁਸਤਾਨ 'ਚੋਂ ਆਪਣਾ ਬਿਜ਼ਨਸ ਬੰਦ ਕਰਕੇ ਚਲੀ ਗਈਆਂ। ਤੇ ਟੈਸਲਾ ਦੀ ਜਿਹੜੀ ਤੁਸੀਂ ਗੱਲ ਕਰ ਵੀ ਰਹੇ ਆ, ਜੇ ਉਹ ਆ ਵੀ ਜਾਂਦੇ ਤੇ ਬਿਜਲੀ ਦੇ ਇੱਥੇ ਕੀ ਹਾਲਾਤ ਨੇ, ਚਾਰਜਿੰਗ ਸਿਸਟਮ ਦਾ ਜੋ ਸਿਸਟਮ ਆ ਉਹ ਸਾਰੇ ਅਸੀਂ ਜਾਣਦੇ ਹਾਂ। ਪਰ ਕੁਲਦੀਪ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ, ਉਹ ਸ਼ੋਸ਼ੇ ਵੀ ਤੇ ਛੱਡਣੇ ਨੇ ਕਿ ਅਸੀਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬਚਾ ਰਹੇ ਹਾਂ। ਹਾਲਾਂਕਿ ਅਸੀਂ ਸਾਲ 1.5 ਸਾਲ ਤੋਂ ਕਾਰਪੋਰੇਟ ਦਾ ਖੱਟਿਆ ਹੋਇਆ ਉਹ ਕਾਨੂੰਨ ਜਿਹੜਾ ਉਹ ਬੜੇ ਮੁਸ਼ਕਲ ਨਾਲ ਆਪਣੇ ਗਲ ਤੋਂ ਲਾਇਆ। ਇਹ ਸੀ ਅੱਜ ਦੀ ਵਿਚਾਰ ਚਰਚਾ। ਅਗਲੀ ਵਾਰ ਕੁਝ ਹੋਰ ਮੁੱਦਿਆਂ ਤੇ ਫਿਰ ਕਰਾਂਗੇ ਚਰਚਾ। ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ, ਤੁਸੀਂ ਸਾਡਾ ਸਾਥ ਦਿੱਤਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।